ਸਵਾਗਤ ਹੈ ਜੀ ਤੁਹਾਡਾ PBC ਨਿਊਜ਼ 'ਤੇ। ਮੈਂ ਗੁਰਲਾਲ ਸਿੰਘ। ਤਾਂ ਅੱਜ ਕਾफ़ी ਲੰਮੇ ਸਮੇਂ ਬਾਅਦ ਦੁਬਾਰਾ ਜੁੜੇ ਹਾਂ। ਤਾਂ ਅੱਜ ਸਾਡੇ ਨਾਲ ਕਾफ़ੀ ਵੱਡੀ ਸ਼ਖਸੀਅਤ ਮਨਜਿੰਦਰ ਭੁੱਲਰ ਐਡਵੋਕੇਟ ਸਾਡੇ ਨਾਲ ਹੈ। ਉਹਨਾਂ ਨਾਲ ਪਹਿਲਾਂ ਵੀ ਬਹੁਤ ਵੱਡੇ ਵਿਸ਼ਿਆਂ ਉੱਤੇ ਗੱਲਬਾਤ ਕਰਦੇ ਰਹੇ ਹਾਂ, ਕਿਸਾਨੀ ਮੋਰਚੇ 'ਤੇ। ਅੱਜ ਉਹ ਫਿਰ ਸਾਡੇ ਨਾਲ ਰੂਬਰੂ ਹੋਏ ਆ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ ਗੁਰਲਾਲ ਜੀ, ਥੈਂਕ ਯੂ। ਔਰ ਤੁਹਾਡੇ ਸਾਰੇ ਵਿਊਅਰਸ ਨੂੰ, ਲਿਸਨਰ ਨੂੰ ਵੀ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲਰ ਸਾਹਿਬ, ਪਹਿਲਾਂ ਤਾਂ ਜਿਵੇਂ ਤੁਸੀਂ ਐਡਵੋਕੇਟ ਤੋਂ ਹੈ ਹੀ ਹੋ, ਅਤੇ ਪਰ ਜਿਹੜਾ ਹੁਣ ਆਗੂ ਦਾ ਜਿਹੜਾ ਤੁਸੀਂ ਹੁਣ ਸਫ਼ਰ ਤੈਅ ਕੀਤਾ, ਪੋਲੀਟਿਕਸ ਦੇ ਵਿੱਚ ਹੁਣ ਤੁਸੀਂ ਐਂਟਰ ਕੀਤਾ, ਪਹਿਲਾਂ ਤਾਂ ਆਪਾਂ ਉਸ ਸਫ਼ਰ ਦੀ ਗੱਲ ਕਰਦੇ ਹਾਂ ਜੀ। ਪੋਲੀਟਿਕਸ ਬੇਸਿਕਲੀ ਮੈਨੂੰ ਤਾਂ ਐਂ ਲੱਗਦਾ ਹੁੰਦਾ ਕਿ ਹਰ ਬੰਦਾ ਹੀ ਜਿਹੜਾ ਉਹ ਪੋਲੀਟਿਕਸ ਦਾ ਪਾਰਟ ਐਂਡ ਪਾਰਸਲ ਆ। ਔਰ ਇਹ ਕਹਿਣਾ ਇਹ ਸਭ ਤੋਂ ਵੱਡਾ ਝੂਠ ਆ ਦੁਨੀਆ ਦਾ ਕਿ ਆਮ ਨਾਟ ਪੋਲੀਟੀਕਲ। ਜਦੋਂ ਬੰਦਾ ਪੈਦਾ ਹੁੰਦਾ ਉਦੋਂ ਤੋਂ ਲੈ ਕੇ ਹੀ ਸਿਆਸਤ ਦਾ ਹਿੱਸਾ ਬਣ ਜਾਂਦਾ। ਪ੍ਰੋਫੈਸ਼ਨਲ ਪੋਲੀਟਿਕਸ ਜਾਂ ਜਿਹਨੂੰ ਇੰਤਖਾਬੀ ਅਮਲ ਕਹਿ ਦਿੰਦੇ ਆ, ਵੋਟ ਪੋਲੀਟਿਕਸ, ਉਹਦੇ ਵਿੱਚ ਹੁਣ ਚਲੋ ਸ਼ੁਰੂਆਤ ਕੀਤੀ ਹੈ। ਉਹਦਾ ਕਾਰਨ ਇਹੀ ਹੈ ਕਿ ਆਲੇ ਦੁਆਲੇ ਮਤਲਬ ਜਿਹੜੀ ਕੁਆਲੀਫਿਕੇਸ਼ਨ ਹੈ ਇੱਕ ਪੋਲੀਟੀਕਲ ਬੰਦੇ ਦੀ, ਇੱਕ ਸਿਆਸੀ ਆਦਮੀ ਦੀ, ਉਹ ਸਿਰਫ ਚੋਰ ਚੱਕਾ ਹੋਣਾ ਹੀ ਰਹਿ ਗਈ। ਤੁਸੀਂ ਹੈਰਾਨ ਹੋਵੋਗੇ ਵੀ ਬੜੇ ਬੰਦੇ, ਯਾਰ ਤੁਸੀਂ ਵੀ ਪੋਲੀਟਿਕਸ 'ਚ ਆ ਗਏ, ਤੁਸੀਂ ਇਲੈਕਸ਼ਨ ਲੜੋਗੇ, ਤੁਸੀਂ ਵੀ ਸਿਆਸਤ 'ਚ ਆ ਗਏ। ਮਤਲਬ ਮੈਂ ਕਿਹਾ ਵੀ ਜੇ ਅਸੀਂ ਸਿਆਸਤ 'ਚ ਆ ਗਏ ਤਾਂ ਕੀ ਕੋਈ ਵੱਖਰਾ ਅਲੋਕਾਰ ਕੰਮ ਹੋ ਗਿਆ ਕਿ ਜਾਂ ਅਸੀਂ ਜਿਹੜਾ ਹੈਗਾ ਇਹ ਸੁੱਖਿਆ ਹੋਇਆ ਕਿ ਅਸੀਂ ਸਿਰਫ ਜਿਹੜੇ ਗੈਰ ਸਮਾਜੀ ਤੱਤ ਨੇ ਉਹਨਾਂ ਨੂੰ ਹੀ ਜਿਹੜਾ ਹੈਗਾ ਮੇਨ ਜਿਹੜੀ ਪੋਲੀਟਿਕਸ ਹੈਗੀ ਹੈ ਉਹਦੇ ਵਿੱਚ ਅਸੈਪਟ ਕਰਨ ਦਾ ਠੇਕਾ ਲਿਆ ਹੋਇਆ। 44% ਪਾਰਲੀਮੈਂਟੇਰੀਅਨ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਉੱਤੇ ਕ੍ਰਿਮੀਨਲ ਪਰਚੇ ਦਰਜ ਨੇ, ਕ੍ਰਿਮੀਨਲ ਚਾਰਜਿਸ ਲੱਗੇ ਹੋਏ ਆ। ਔਰ ਉਹਦੇ ਵਿੱਚੋਂ ਮੇਰੇ ਖਿਆਲ ਮੋਰ ਦੈਨ 25% ਉਹ ਆ ਜਿਨ੍ਹਾਂ ਦੇ ਉੱਤੇ ਹੀਨੀਅਸ ਅਫੈਂਸਸ ਦੇ ਅਗੇਂਸਟ FIRs ਲੌਜ ਨੇ। ਸੋ ਚੀਜ਼ਾਂ ਨੂੰ ਥੋੜ੍ਹਾ ਜਿਹਾ ਬਦਲਾਅ ਆਵੇ, ਕਿਉਂਕਿ ਨਹੀਂ ਤਾਂ ਇੱਥੋਂ ਹਿਜਰਤ ਐਡੇ ਵੱਡੇ ਪੱਧਰ 'ਤੇ ਹੋ ਰਹੀ ਆ। ਉਹਦਾ ਕਾਰਨ ਸਾਰਾ ਜਿਹੜਾ ਪੋਲੀਟੀਕਲ ਐਟਮੋਸਫੀਅਰ ਖਰਾਬ ਹੋਇਆ। ਤੁਸੀਂ ਆਪਣੇ ਸ਼ਹਿਰ ਦੀ ਮਿਸਾਲ ਲੈ ਲਓ ਕਿ ਪਿਛਲੇ ਮੈਨੂੰ ਲੱਗਦਾ 1 ਮਹੀਨੇ ਦੇ ਵਿੱਚ 20 ਵਾਰ ਸ਼ਹਿਰ ਦੇ ਵਿੱਚ ਗੋਲੀ ਚੱਲ ਗਈ ਹੈ। ਔਰ ਇਸ ਤੋਂ ਇਲਾਵਾ ਜਿਹੜੀਆਂ ਚੇਨ ਸਨੈਚਿੰਗ ਦੀਆਂ, ਮੋਬਾਈਲ ਸਨੈਚਿੰਗ ਦੀਆਂ, ਹਰ 10-15 ਦਿਨ ਬਾਅਦ ਪੁਲਿਸ ਸਟੇਸ਼ਨ ਵਾਲਾ ਇੱਕ ਰਜਿਸਟਰ ਰਿਲੀਜ਼ ਕਰਦੇ ਆ ਕਿ ਇੰਨੇ ਮੋਟਰਸਾਈਕਲ ਜਿਹੜੇ ਬਰਾਮਦ ਕਰ ਲਏ। ਉਹ ਬਾਅਦ 'ਚ ਤਾਂ ਤੁਸੀਂ ਬਰਾਮਦ ਕਰ ਲੈਂਦੇ ਹੋ, ਬਟ ਜਿਹੜੇ ਉਹ ਪ੍ਰੀਕਾਸ਼ਨਰੀ ਮੈਜਰਸ ਕੀ ਨੇ? ਸਾਡੀ ਸਭ ਤੋਂ ਵੱਡੀ ਲਾਅ ਇਨਫੋਰਸਮੈਂਟ ਏਜੰਸੀ ਆ ਪੁਲਿਸ, 70,000 ਨਫਰੀ ਆ ਪੰਜਾਬ ਪੁਲਿਸ ਦੀ। ਮੈਨੂੰ ਲੱਗਦਾ ਕਿ ਅਕਰੋਸ ਦਾ ਕੰਟਰੀ ਅਗਰ ਦੇਖੀਏ ਤਾਂ ਇਟਸ ਅ ਮੇਜਰ ਚੰਕ ਆਫ ਦਾ ਪੁਲਿਸ ਓਫੀਸ਼ੀਅਲਸ। ਅਤੇ ਸਿਆਸਤਦਾਨਾਂ ਨੇ ਉਹਨੂੰ ਇੱਕ ਹੱਥ ਠੋਕਾ ਬਣਾਇਆ ਹੋਇਆ ਆਪਦਾ। ਇਸ ਤੋਂ ਇਲਾਵਾ ਹੋਰ ਵੀ ਕਿਸੇ ਮਰਜ਼ੀ ਸੈਕਟਰ ਦੀ ਗੱਲ ਕਰ ਲਓ ਤੁਸੀਂ, ਹੈਲਥ, ਕਮਿਊਨੀਕੇਸ਼ਨ, ਐਜੂਕੇਸ਼ਨ, ਹਰ ਮੁਹਾਜ਼ ਦੇ ਉੱਤੇ ਹੀ ਅਸੀਂ ਫੇਲ ਹਾਂ। ਔਰ ਮਲਟੀਫੈਸੇਟਡ ਸੰਕਟ ਦੇ ਨਾਲ ਸਾਡਾ ਸੂਬਾ ਜੂਝ ਰਿਹਾ ਵਾ। ਅਤੇ ਐਂ ਲੱਗਿਆ ਵੀ ਯਾਰ ਕੁਛ ਨਾ ਕੁਛ, ਜਿਵੇਂ ਕਹਿੰਦੇ ਆ ਕਿ ਕਿਆ ਹੁਆ ਗੁਲਿਸਤਾਨ ਨਾ ਕਰ ਸਕੇ ਇਸ ਜਹਾਂ ਕੋ, ਕੁਛ ਤੋਂ ਖਾਰ ਕੰਮ ਕਰ ਗਏ ਗੁਜ਼ਰੇ ਜਿੱਧਰ ਸੇ। ਇਹ 2-4 ਕੰਡੇ ਵੀ ਜੇ ਚੁਗ ਲਈਏ ਤੁਰਦੇ ਤੁਰਦੇ ਆਪਦੀ ਉਮਰ 'ਚ। ਅਤੇ ਜਿਵੇਂ ਹੁਣ ਸਾਡੀ ਪੀੜ੍ਹੀ ਜਾਂ ਤੁਹਾਡੇ ਵਾਲੀ ਜਨਰੇਸ਼ਨ ਹੈ, ਉਹ ਕਹਿੰਦੇ ਯਾਰ ਬਜ਼ੁਰਗਾਂ ਨੇ ਕੁਛ ਨਹੀਂ ਕੀਤਾ, ਜਾਂ ਉਹ ਬਾਦਲਾਂ ਮਗਰ ਲੱਗੇ ਰਹੇ, ਉਹ ਕੈਪਟਨਾਂ ਮਗਰ ਲੱਗੇ ਰਹੇ, ਉਹ ਫਲਾਣੇ ਮਗਰ ਲੱਗੇ ਰਹੇ। ਤਾਂ ਉਹ ਇੱਕ ਯਤਨ ਹੈਗਾ, ਪ੍ਰਮਾਤਮਾ ਵਾਹਿਗੁਰੂ ਕਿਰਪਾ ਕਰੇ ਔਰ ਜਿਹੜਾ ਉਹਦੇ 'ਚ ਸਫਲਤਾ ਮਿਲੇ। ਭੁੱਲਰ ਸਾਹਿਬ, ਤੁਹਾਡੀ ਆਈਡੀਓਲੋਜੀ ਕੀ ਹੈ? ਕੀ ਤੁਸੀਂ ਕਿਵੇਂ ਦੇਖਦੇ ਸਭ ਨੂੰ? ਤੁਸੀਂ ਹੁਣ ਸਿਆਸਤ ਦਾ ਹਿੱਸਾ ਬਣ ਗਏ ਹੋ, ਸਿਆਸਤ ਨੂੰ ਦੇਖ ਰਹੇ ਹੋ ਕਿਸ ਤਰ੍ਹਾਂ ਦੀ ਸਿਆਸਤ ਹੈ, ਪਰ ਤੁਸੀਂ ਇਸ ਵਿੱਚ ਵੜ ਗਏ ਹੋ। ਪਰ ਲੇਕਿਨ ਕਿਸ ਤਰੀਕੇ ਨਾਲ ਪੰਜਾਬ ਨੂੰ, ਜਾਂ ਸਾਡਾ ਇਹ ਫਿਰੋਜ਼ਪੁਰ ਸ਼ਹਿਰ ਹੈ, ਇਸ ਨੂੰ ਕਿਸ ਤਰੀਕੇ ਨਾਲ ਅੱਗੇ ਲਿਜਾਣ ਵਾਸਤੇ ਯਤਨ ਕਰ ਰਹੇ ਹੋ? ਕੀ ਤੁਹਾਡਾ ਪਲਾਨ ਹੈ ਫਿਊਚਰ ਦਾ? ਦੇਖੋ, ਇੱਕ ਨਾ ਮਿਸਕਨਸੈਪਸ਼ਨ ਆ ਬੜੀ ਕਿ ਇਹ ਜੀ ਬੜਾ ਗੰਦਾ ਖੇਤਰ ਆ, ਡਰਟੀ ਪੋਲੀਟਿਕਸ ਲੋਕ ਕਹਿ ਦਿੰਦੇ ਆ। ਪਰ ਜੇ ਤੁਸੀਂ ਸਫਾਈ ਕਰਨੀ ਹੈ ਤਾਂ ਦੈਨ ਫਿਰ ਯੂ ਮਸਟ ਜੰਪ ਇਨ ਦਾ ਗਾਰਬੇਜ। ਬਾਹਰੋਂ ਖੜ੍ਹ ਕੇ ਤਾਂ ਫਿਰ ਅਸੀਂ ਜਿਹੜਾ ਹੈਗਾ ਟੇਬਲ ਟਾਕਸ ਚੱਲ ਹੀ ਰਹੀਆਂ ਪਿਛਲੇ ਲੰਬੇ ਸਮੇਂ ਤੋਂ, ਅਸੀਂ ਵੀ ਕਰਦੇ ਰਹੇ ਹਾਂ, ਹੁਣ ਤੱਕ ਸਾਡੇ ਬਜ਼ੁਰਗ ਵੀ ਕਰਦੇ ਰਹੇ। ਜਿੰਨੀ ਦੇਰ ਤੱਕ ਚੰਗੀ ਸੋਚ ਵਾਲੇ ਲੋਕ ਜਿਹੜੇ ਹੈਗੇ ਆ ਇਸ ਅਮਲ ਦਾ ਹਿੱਸਾ ਨਹੀਂ ਬਣਨਗੇ, ਉਨੀ ਦੇਰ ਤੱਕ ਜਿਹੜਾ ਬਦਲਾਅ ਆ, ਉਹ ਕਹਿੰਦੇ ਨਾ ਕਿ ਐਵਰੀਬੋਡੀ ਵਾਂਟ ਚੇਂਜ ਬਟ ਨੋਬਡੀ ਵਾਂਟ ਟੂ ਬ੍ਰਿੰਗ ਇਟ ਫਰੋਮ ਦਾ ਹੋਮ, ਜਾਂ ਚੈਰਿਟੀ ਬਿਗਿਨਸ ਫਰੋਮ ਦਾ ਹੋਮ। ਅਸੀਂ ਕਹਿ ਦਿੰਦੇ ਹਾਂ ਜਦੋਂ ਮੇਰੇ ਤੋਂ ਸ਼ੁਰੂਆਤ ਹੋਊਗੀ ਕਿ ਮੈਂ ਆਪਣੇ ਆਪ ਨੂੰ ਬਦਲਾਂ ਔਰ ਢਾਲਾਂ ਨਾ। ਸਾਡੀ ਬਿਰਤੀ ਕੀ ਬਣ ਗਈ ਹੈ ਕਿ ਅਸੀਂ ਐਡਜਸਟ ਕਰ ਲੈਂਦੇ ਹਾਂ ਉਸ ਅਡੈਪਟੇਬਿਲਿਟੀ। ਅਤੇ ਦੂਸਰਾ ਜਿਹੜੇ ਵੈਸਟਡ ਇੰਟਰਸਟ ਨੇ ਵੀ ਕੁਲੈਕਟਿਵਲੀ ਨੁਕਸਾਨ ਹੋ ਰਿਹਾ, ਮੈਨੂੰ ਪਤਾ ਵੀ ਮੇਰੇ ਇੱਕ ਨਿੱਕੇ ਜਿਹੇ ਫਾਇਦੇ ਨਾਲ 20 ਬੰਦਿਆਂ ਦਾ ਨੁਕਸਾਨ ਹੋ ਰਿਹਾ, ਤਾਂ ਮੇਰੀ ਪ੍ਰੈਫਰੈਂਸ ਆਪਦੇ ਵੈਸਟਡ ਇੰਡੀਵਿਜੂਅਲ ਇੰਟਰਸਟ ਨੂੰ ਆ। ਉਹ ਕੋਰਸ ਆਫ ਥਾਟ ਜਦੋਂ ਹੌਲੀ ਹੌਲੀ ਬਦਲੂਗਾ, ਐਂਡ ਇਟ ਵਿਲ ਟੇਕ ਲੌਂਗ ਟਾਈਮ, ਸਾਲ ਦਹਾਕੇ ਲੱਗ ਜਾਂਦੇ ਆ ਬਦਲਾਅ ਆਉਂਦਿਆਂ ਨੂੰ। ਓਵਰਨਾਈਟ ਜਿਹੜਾ 70 ਸਾਲ ਦੇ ਵਿੱਚ ਅਸੀਂ ਰਸਾਤਲ ਵੱਲ ਗਏ, ਓਵਰਨਾਈਟ ਨਹੀਂ ਕੁਛ ਬਦਲ ਸਕਦਾ। ਸੋ ਕੋਸ਼ਿਸ਼ ਹੈ ਸਾਡੀ ਪਾਰਟੀ ਦੀ ਵੀ ਇੱਕ ਵੱਖਰੇ ਕਿਸਮ ਦਾ, ਕਿਉਂਕਿ ਅੰਦੋਲਨ 'ਚੋਂ ਨਿਕਲੀ ਹੋਈ ਪਾਰਟੀ ਆਮ ਆਦਮੀ ਪਾਰਟੀ, ਔਰ ਕਰਪਸ਼ਨ ਫਰੀ ਰਜੀਮ ਸਿਰਜਣ ਦਾ ਇੱਕ ਸੁਪਨਾ ਹੈਗਾ। ਉਸੇ ਯਾਤਰਾ ਦੇ ਵਿੱਚ ਅਸੀਂ ਵੀ ਹਿੱਸਾ ਬਣੇ ਆ, ਉਸ ਸਾਰੇ ਕਹਿ ਲਓ ਇੱਕ ਕਾਫਲੇ ਦਾ, ਕਿ ਇੱਥੇ ਹਲਕਾ ਪੱਧਰ 'ਤੇ ਵੀ, ਜ਼ਿਲ੍ਹਾ ਪੱਧਰ 'ਤੇ ਵੀ, ਸੂਬਾ ਪੱਧਰ 'ਤੇ ਵੀ, ਔਰ ਉਸ ਤੋਂ ਬਾਅਦ ਮੁਲਕ ਲੈਵਲ ਦੇ ਉੱਪਰ ਵੀ
ਜਿਹੜਾ ਹੈਗਾ ਸੁਧਾਰ ਹੋਵੇ ਔਰ ਕੋਸ਼ਿਸ਼ ਕਰਾਂਗੇ, ਕੋਸ਼ਿਸ਼ ਦੇ ਨਾਲ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਸਫਲ ਹੁੰਦੀਆਂ ਨੇ ਔਰ ਨਤੀਜੇ ਚੰਗੇ ਮਿਲਦੇ ਆ। ਤੇ ਸਿਆਸਤ ਦੇ ਵਿੱਚ ਗੰਦਗੀ ਦੀ ਗੱਲ ਕੀਤੀ ਹੈ, ਪਰ ਜਦੋਂ ਤੁਹਾਡੇ ਵਰਗੇ ਨੌਜਵਾਨ ਇਸ ਦੇ ਵਿੱਚ ਉਤਰੇ ਹੈ, ਪਰ ਲੱਗਦਾ ਹੈ ਵੀ ਤੁਹਾਡੇ ਤੇ ਲੋਕ ਵਿਸ਼ਵਾਸ ਜਤਾਉਣਗੇ, ਤੁਹਾਡੇ ਵਰਗੇ ਨੌਜਵਾਨ ਨੂੰ ਮੌਕਾ ਮਿਲੇਗਾ। ਬਲਕਿ ਜਿੱਥੇ ਸਿਆਸਤ ਹੀ ਇੰਨੀ ਭਾਰੀ ਹੈ, ਜਦੋਂ ਆਪਾਂ ਗੰਦਗੀ ਦੀ ਗੱਲ ਕਰ ਦਿੱਤੀ, ਤੁਸੀਂ ਇਹ ਦੇਖੋ ਤੇ ਕਰਪਸ਼ਨ ਹੈ, ਤੇ ਤੁਹਾਡੇ ਵਰਗੇ ਨੌਜਵਾਨਾਂ ਨੂੰ ਕਿਵੇਂ ਮੌਕਾ ਮਿਲ ਸਕਦਾ ਇਸ ਗੰਦਗੀ ਦੇ ਵਿੱਚੋਂ ਅੱਗੇ ਆ ਕੇ ਇੱਕ ਚੰਗੀ ਪੋਲੀਟਿਕਸ ਕਰਨ ਦਾ? ਦੇਖੋ ਜਿਹੜਾ ਬਦਲਾਅ ਆ ਉਹ ਤਾਂ ਆ ਰਿਹਾ ਕਿਤੇ ਨਾ ਕਿਤੇ। ਤੁਸੀਂ ਕਿਸਾਨੀ ਅੰਦੋਲਨ ਤੋਂ ਬਾਅਦ ਦੇਖੋ, ਅਸੀਂ ਜੁਲਾਈ ਤੋਂ ਲੱਗੇ ਹੋਏ ਹਾਂ ਔਨਵਰਡਸ, ਇਟਸ ਗੋਇੰਗ ਟੂ ਬੀ ਅ ਈਅਰ, ਇੱਕ ਸਾਲ ਹੋ ਚੱਲਿਆ ਲਗਭਗ, ਔਰ 3 ਮਹੀਨੇ ਤੋਂ ਉੱਪਰ ਦਾ ਸਮਾਂ ਤਾਂ ਦਿੱਲੀ ਬੈਠੇ ਹੀ ਹੋ ਗਿਆ। ਤਾਂ ਇੱਕ ਕਲੈਕਟਿਵ ਪੋਲੀਟੀਕਲ ਕੌਨਸ਼ੀਅਸਨੈਸ ਜਿਹੜੀ ਆ ਉਹ ਕਿਤੇ ਨਾ ਕਿਤੇ ਆਈ ਹੈ, ਚੀਜ਼ਾਂ ਜਿਹੜੀਆਂ ਹੈਗੀਆਂ ਅਪਲਿਫਟ ਹੋਈਆਂ ਨੇ, ਜਾਗ ਲੱਗੀ ਆ ਲੋਕਾਂ ਨੂੰ। ਔਰ ਜਿਹੜਾ ਤੀਜੇ ਬਦਲ ਦੇ ਵਾਸਤੇ ਇੱਕ ਵੈਕਿਊਮ ਜਿਹੜਾ ਇੱਕ ਖਲਾ ਹੈਗਾ ਉਹ ਮਹਿਸੂਸ ਕੀਤਾ ਜਾ ਰਿਹਾ ਲੰਬੇ ਟਾਈਮ ਤੋਂ। ਪਿਛਲੀ ਵਾਰ ਵੀ ਚਲੋ ਕੁਛ ਗਲਤੀਆਂ ਹੋਈਆਂ ਕਿਤੇ ਨਾ ਕਿਤੇ ਪਾਰਟੀ ਪੱਧਰ 'ਤੇ, ਜਾਂ ਬੀਇੰਗ ਅ ਵੋਟਰ ਸਾਡੇ ਤੋਂ ਵੀ, ਸੰਗਤ ਤੋਂ ਵੀ, ਕਿ ਅਸੀਂ ਫਿਰ ਝੂਠੇ ਲਾਰਿਆਂ ਦੇ ਵਿੱਚ ਜਿਹੜੇ ਸਬਜ਼ ਬਾਗ ਦਿਖਾਏ ਸੀ ਪ੍ਰਸ਼ਾਂਤ ਕਿਸ਼ੋਰ ਔਰ ਕੈਪਟਨ ਅਮਰਿੰਦਰ ਸਿੰਘ ਨੇ ਰਲ ਕੇ, ਉਹਨਾਂ ਦਾ ਸ਼ਿਕਾਰ ਹੋ ਗਏ। ਉਹ ਵਿਕਟਮਾਈਜੇਸ਼ਨ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਦੀ। ਅਤੇ ਹੁਣ ਅਲਟੀਮੇਟਲੀ ਮੈਨੂੰ ਐਂ ਲੱਗਦਾ, ਜਿੰਨਾ ਕੁ ਅਸੀਂ ਲੋਕਾਂ ਨੂੰ ਰੋਜ਼ ਮਿਲਦੇ ਹਾਂ, ਕਿ ਪੀਪਲ ਹੈਵ ਮੇਡ ਦੀਅਰ ਮਾਈਂਡ ਕਿ ਚੰਗੇ ਬੰਦਿਆਂ ਨੂੰ ਅੱਗੇ ਲੈ ਕੇ ਆਂਦਾ ਜਾਵੇ। ਔਰ ਇੱਕ ਨੈਰੇਟਿਵ ਇਹ ਵੀ ਚੱਲ ਰਿਹਾ ਕਿ ਕਿਉਂਕਿ ਚਿੱਕੜ ਬਹੁਤ ਸੁੱਟ ਰਹੇ ਨਾ ਲੋਕ, ਦੂਸ਼ਣਬਾਜ਼ੀ, ਜਿਹੜਾ ਇਲਜ਼ਾਮ ਤਰਾਸ਼ੀ ਬਹੁਤ ਆ ਕਿ ਦੇਖੋ ਜੀ ਕੇਜਰੀਵਾਲ ਨੇ ਮਾफ़ੀ ਮੰਗ ਲਈ, ਕੇਜਰੀਵਾਲ ਨੇ ਜਿਹੜਾ ਹੈਗਾ ਪਾਣੀਆਂ 'ਤੇ ਸਟੈਂਡ ਨਹੀਂ ਲਿਆ। ਕੇਜਰੀਵਾਲ ਨੇ ਜੋ ਕੀਤਾ ਉਹ ਤਾਂ ਸੈਕੰਡਰੀ ਚੀਜ਼ ਹੈ। ਜਿਹੜੇ ਸਾਡੇ ਲਹੂ ਪਾਣੀ ਨਾਲ ਸਿੰਜੇ ਹੋਏ ਆ, ਸਾਡੇ ਵਿੱਚੋਂ ਨੇ, ਸਾਡਾ ਹਿੱਸਾ ਨੇ। ਸੰਤ ਫਤਿਹ ਸਿੰਘ, ਮਾਸਟਰ ਤਾਰਾ ਸਿੰਘ ਤੋਂ ਸ਼ੁਰੂ ਹੋ ਕੇ ਅੱਜ ਦੇ ਅਕਾਲੀ ਦਲ ਤੱਕ ਆ ਜਾਓ, ਔਰ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਠਲ ਦੁਆਰਾ ਹੁੰਦੇ ਹੋਏ ਸਰਦਾਰ ਬੇਅੰਤ ਸਿੰਘ ਦਾ ਤੁਸੀਂ ਸ਼ਾਸਨ ਵੇਖ ਲਓ ਕਿਹੋ ਜਿਹਾ ਰਿਹਾ, ਉੱਥੋਂ ਲੈ ਕੇ ਹੁਣ ਤੱਕ ਪਹੁੰਚ ਜਾਓ ਕੈਪਟਨ ਅਮਰਿੰਦਰ ਸਿੰਘ ਦੀਆਂ ਦੋਨੋਂ ਟਰਮਾਂ ਤੱਕ। ਅਤੇ ਇਹਨਾਂ ਨੇ ਅਦਰਵਾਈਜ਼ ਉਹ ਪੰਜਾਬੀ ਦਾ ਇੱਕ ਮੁਹਾਵਰਾ ਪਾਉਂਦੇ ਹੁੰਦੇ ਕਿ ਆਪਦਾ ਵੱਢੂ ਛਾਵੇਂ ਸਿੱਟੂ, ਇਹ ਉਹਦੇ ਤੋਂ ਵੀ ਗਏ ਗੁਜ਼ਰੇ ਆ। ਇਹਨਾਂ ਨੇ ਤਾਂ ਵੱਢ ਕੇ ਅਤੇ ਕਹਿ ਲਓ ਕਿ ਧੁੱਪੇ ਹੀ ਸੁੱਟਿਆ ਵਾ ਲੋਕਾਂ ਨੂੰ ਹੁਣ ਤੱਕ, ਔਰ ਆਪਦੇ ਘਰ ਭਰੇ ਨੇ। ਸਵਿਸ ਬੈਂਕ ਦੇ ਤੁਸੀਂ ਸੈਂਟਰਲ ਗੌਰਮੈਂਟ ਦੇ ਲੋਕ ਵੀ ਕਹਿੰਦੇ ਸੀ ਉਹਦੇ ਵਿੱਚ ਸਾਡੇ ਮੈਂ ਸ਼ਵੇਤ ਮਲਕ ਨੂੰ ਕੱਲ੍ਹ ਸੁਣ ਰਿਹਾ ਸੀ ਅੰਮ੍ਰਿਤਸਰ ਤੋਂ, ਮੈਂਬਰ ਪਾਰਲੀਮੈਂਟ ਨੇ, ਕਹਿੰਦੇ ਕਿ ਮੈਂ ਬੜਾ ਧੰਨਵਾਦੀ ਹਾਂ ਨਰਿੰਦਰ ਮੋਦੀ ਦਾ ਕਿ ਉਹਨਾਂ ਨੇ ਅੰਮ੍ਰਿਤਸਰ ਏਅਰਪੋਰਟ ਜਿਹੜਾ ਠੇਕੇ 'ਤੇ ਦੇ ਦਿੱਤਾ ਵਾ। ਮਤਲਬ ਜਿਹੜਾ ਇਹਨਾਂ ਦਾ ਪੋਲੀਟੀਕਲ ਐਕਿਊਮਨ ਆ, ਅਸੀਂ ਤਾਂ ਉਹਦੇ 'ਤੇ ਹੈਰਾਨ ਆ। ਚਾਹੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਜਿਹੜੇ ਲੋਕ ਤੁਰੇ ਫਿਰਦੇ ਉਹਨਾਂ ਦਾ ਦੇਖ ਲਓ, ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਸਾਰੀ ਟੀਮ ਦਾ ਤੁਸੀਂ ਦੇਖ ਲਓ, ਸਿਰਫ ਤੇ ਸਿਰਫ ਆਪਦੇ ਵੈਸਟਡ ਇੰਟਰਸਟ ਨੂੰ ਮੂਹਰੇ ਰੱਖਿਆ ਹੋਇਆ ਵਾ। ਔਰ ਲੋਕ ਕਿਤੇ ਨਾ ਕਿਤੇ ਹੁਣ ਚਾਹੁੰਦੇ ਆ ਕਿ ਬਦਲ ਆਵੇ ਔਰ ਨਵੇਂ ਲੋਕ ਜਿਹੜੇ ਆ ਇਸ ਖੇਤਰ ਦਾ ਹਿੱਸਾ ਬਣਨ। ਬਾਕੀ ਉਮੀਦ ਆ ਕਿ ਕੁਛ ਨਾ ਕੁਛ ਚੰਗਾ ਮਿਲੂਗਾ। ਇਹ ਤਾਂ ਸੰਗਤ ਦੇ ਵਾਸਤੇ ਆ, ਲੋਕਾਂ ਨੇ ਜਿਹੜਾ ਹੈਗਾ ਜਗ੍ਹਾ ਦੇਣੀ ਆ ਦਿਲਾਂ ਦੇ ਵਿੱਚ ਵੀ ਔਰ ਅਸੈਂਬਲੀ ਦੇ ਵਿੱਚ ਵੀ। ਜੀ, ਤੁਸੀਂ ਬਦਲ ਦੀ ਗੱਲ ਕੀਤੀ ਹੈ, ਆਪ ਦੇ ਆਗੂ ਹੋ ਤੁਸੀਂ, ਤੁਹਾਨੂੰ ਲੱਗਦਾ ਨਹੀਂ ਜਿਹੜੇ 2017 ਦੇ ਜਿਹੜੇ ਇਲੈਕਸ਼ਨ ਸੀਗੇ ਉਦੋਂ ਆਪ ਪਾਰਟੀ ਨੇ ਇੱਕ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ, ਪਰ ਹੁਣ 16 ਮਾਰਚ ਨੂੰ 4 ਸਾਲ ਪੂਰੇ ਹੋਣ ਜਾ ਰਹੇ ਆ ਸਰਕਾਰ ਦੇ, ਕੀ ਲੱਗਦਾ ਨਹੀਂ ਆਪ ਪਾਰਟੀ ਨੂੰ ਹੁਣ ਚਿਹਰਾ ਇੱਕ ਐਲਾਨ ਕਰ ਦੇਣਾ ਚਾਹੀਦਾ ਕਿ ਉਦੋਂ ਕਰਨਗੇ ਜਦੋਂ ਕਿ 2022 ਦਾ ਇਲੈਕਸ਼ਨ ਹੋਏਗਾ? ਇੱਕ ਤੁਹਾਨੂੰ ਲੱਗਦਾ ਨਹੀਂ ਇੱਕ ਚਿਹਰਾ ਤਾਂ ਸਾਹਮਣੇ ਹੋਵੇ, ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਹੋਵੇ? ਤੁਸੀਂ ਨੌਜਵਾਨ ਹੋ, ਤੁਸੀਂ ਇਸ ਚੀਜ਼ ਬਾਰੇ ਕਿਵੇਂ ਦੇਖਦੇ ਹੋ, ਕੀ ਸੋਚਦੇ ਹੋ? ਦੇਖੋ ਇਹ ਬੜਾ ਵੱਡਾ ਸਵਾਲ ਆ ਔਰ ਵਾਰ-ਵਾਰ ਇਹਨੂੰ ਮੁਸਲਸਲ ਪਿਛਲੇ ਲੰਬੇ ਸਮੇਂ ਤੋਂ ਫਲੋਟ ਕਰਕੇ ਨਾ ਮੇਨ ਸਟਰੀਮ ਮੀਡੀਆ ਦੇ ਅੱਗੇ ਲੋਕਾਂ ਦੇ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਅਸੀਂ ਟੀਵੀ ਡਿਬੇਟਸ ਦੇ ਉੱਪਰ ਜਾਂਦੇ ਹਾਂ ਤਾਂ ਆਮ ਆਦਮੀ ਪਾਰਟੀ ਦੇ ਖਿਲਾਫ ਕਹਿਣ ਨੂੰ ਕੁਛ ਨਹੀਂ, ਇਹਨਾਂ ਦੇ ਖਿਲਾਫ ਕਿੰਨਾ ਕੁਛ ਆ। ਮਾਈਨਿੰਗ ਮਾਫੀਆ ਤੋਂ ਲੈ ਕੇ ਲਿਕਰ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਔਰ ਉਹਦੀ ਜਿਹੜੀ ਜੜ ਲਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ, ਔਰ ਉਹਨੂੰ ਅੱਗੇ ਉਸ ਜੜ ਨੂੰ, ਉਸ ਬੂਟੇ ਨੂੰ ਪਾਣੀ ਪਾ ਕੇ ਰੁੱਖ ਬਣਾਉਣ ਵਾਲੀ ਕਾਂਗਰਸ ਸਰਕਾਰ। ਅਤੇ ਵਾਰ-ਵਾਰ ਇੱਕੋ ਹੀ ਗੱਲ ਇਹੀ ਰਿਪੀਟ ਕਰਦੇ ਆ ਕਿ ਜੇ ਇਹਨਾਂ ਕੋਲੇ ਮੁੱਖ ਮੰਤਰੀ ਹੈ ਨਹੀਂ, ਇਹਨਾਂ ਕੋਲੇ ਮੁੱਖ ਮੰਤਰੀ ਹੈ ਨਹੀਂ। ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਜ਼ਰੀਏ ਇਹ ਤੁਹਾਡੇ ਇਸ ਚੈਨਲ ਦੇ ਮਾਰਫਤ ਪੁੱਛਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਜਿਹਨੂੰ ਵੀ ਕਿਸੇ ਨੂੰ ਮੁੱਖ ਮੰਤਰੀ ਐਲਾਨੂਗੀ, ਉਹ ਘੱਟੋ ਘੱਟ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕਿਆਦਤ 'ਚ ਜਿਹੜੀ ਸਰਕਾਰ ਚੱਲੀ ਆ 10 ਸਾਲ, ਜਾਂ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਝੂਠੇ ਵਾਅਦੇ ਕਰਕੇ ਜਿਨ੍ਹਾਂ 'ਚੋਂ ਇੱਕ ਵੀ ਨਹੀਂ ਪੂਰਾ ਕੀਤਾ। ਹੁਣ ਕੱਲ੍ਹ ਟੀਵੀ 'ਤੇ ਇਹਨਾਂ ਦਾ ਇੱਕ ਸਪੋਕਸਪਰਸਨ ਬੋਲ ਰਿਹਾ ਸੀ ਕਿ 86% ਅਸੀਂ ਪੂਰੇ ਕਰਤੇ ਆ। ਤਾਂ ਮੈਂ ਕਿਹਾ ਵੀ ਤੁਸੀਂ ਲੈਟਸ ਸਿਟ ਅਕਰੋਸ ਦਾ ਟੇਬਲ ਐਂਡ ਹੈਵ ਅ ਹੈਲਦੀ ਡਿਬੇਟ ਔਨ ਇਟ। ਆਪਾਂ ਇਹ 'ਤੇ ਡਿਸਕਸ ਕਰੀਏ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ 86 ਵਾਅਦੇ ਕਿਹੜੇ ਤੁਹਾਡੇ ਪੂਰੇ ਹੋਏ ਆ। ਸੋ ਉਹ ਅਸੀਂ, ਕਿਉਂਕਿ ਲੋਕ ਵੀ ਉਸ ਗੱਲ ਨੂੰ ਇੱਕ ਚੀਜ਼ ਨਾ ਪਰਸੈਪਸ਼ਨ ਬਣ ਜਾਂਦੀ ਔਰ ਅਸੈਪਟੇਬਿਲਿਟੀ ਹੋ ਜਾਂਦੀ ਕਿ ਹਾਂ ਚਿਹਰਾ ਹੈ ਨਹੀਂ, ਤਾਂ ਉਹ ਇਸ ਵਾਰ ਜਿਹੜੀ ਸ਼ਿਕਾਇਤ ਆ ਉਹ ਦੂਰ ਕਰ ਦਿੱਤੀ ਜਾਊਗੀ। ਔਰ ਇਸ ਵਾਰ ਆਮ ਆਦਮੀ ਪਾਰਟੀ ਫੇਸ ਦੇ ਉੱਪਰ ਹੀ ਇਲੈਕਸ਼ਨ ਲੜੂਗੀ ਕਿ ਸਾਡੀ ਸਰਕਾਰ ਆਉਂਦੀ ਆ ਤਾਂ ਆਹ ਜਿਹੜੀ ਸ਼ਖਸੀਅਤ ਆ
ਉਹ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਫਾਇਜ਼ ਹੋਊਗੀ। ਆਪ ਦੀ ਹਾਰ ਦਾ ਕਾਰਨ ਤੁਸੀਂ ਮੰਨਦੇ ਹੋ ਕਿ ਇੱਕ ਚਿਹਰਾ ਨਾ ਐਲਾਨਣਾ? ਨਹੀਂ, ਮਲਟੀਪਲ ਫੈਕਟਰਸ ਹੁੰਦੇ ਆ। ਜਦੋਂ ਚੋਣ ਹੁੰਦੀ ਹੈ ਨਾ, ਉਹਦੇ 'ਚ ਬਹੁਤ ਕੁਝ ਮੈਟਰ ਕਰਦਾ। ਤੁਹਾਡੇ ਕੈਂਡੀਡੇਟਸ ਕਿੱਦਾਂ ਦੇ ਆ, ਪਾਰਟੀ ਲਾਈਨ ਦੇ ਉੱਪਰ ਕਿਤੇ ਨਾ ਕਿਤੇ ਕੋਈ ਕੁਤਾਹੀ ਹੋ ਜਾਂਦੀ ਆ, ਚੋਣਾਂ ਵਾਲੇ ਦਿਨ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ, ਉਹਦੇ 'ਤੇ ਵੀ ਮੁਨਸਰ ਕਰਦੀਆਂ ਬਹੁਤ ਸਾਰੀਆਂ ਚੀਜ਼ਾਂ। ਔਰ ਕੁਛ ਫਲੋਟਿੰਗ ਇੱਕ ਚੰਕ ਆਫ ਵੋਟਸ ਹੁੰਦਾ ਹਵਾ ਦੇ ਨਾਲ ਜਿਹੜਾ, ਸੋ ਉਹ ਸਾਰੇ ਦੇਰ ਆਰ ਵੇਰੀਅਸ ਫੈਕਟਰਸ। ਕੋਈ ਇੱਕ ਚੀਜ਼ ਨੂੰ ਆਪਾਂ ਜਿਹੜਾ ਹੈਗਾ ਉਹਦੇ 'ਤੇ ਨਿਸ਼ਾਨਦੇਹੀ ਨਹੀਂ ਕਰ ਸਕਦੇ ਕਿ ਇਸ ਪਰਟੀਕੂਲਰ ਵਜ੍ਹਾ ਕਰਕੇ। ਬਾਕੀ ਗਲਤੀਆਂ ਹੋਈਆਂ ਉਹ ਤਾਂ ਹਰ ਪਲੇਟਫਾਰਮ 'ਤੇ ਤਸਲੀਮ ਕੀਤੀਆਂ ਗਈਆਂ, ਇੱਥੇ ਵੀ, ਸਟੇਟ ਲੈਵਲ 'ਤੇ ਵੀ, ਨੈਸ਼ਨਲ ਲੈਵਲ 'ਤੇ ਵੀ। ਔਰ ਵੀ ਵਿਲ ਟਰਾਈ ਟੂ ਕਮ ਆਊਟ ਫਰੋਮ ਦਾ ਮਿਸਟੇਕਸ ਵਿਚ ਹੈਵ ਬੀਨ ਕਮਿਟਡ ਇਨ ਦਾ ਪਾਸਟ, ਆਲਦੋ ਅਨਇੰਟੈਂਸ਼ਨਲੀ ਹੋਈਆਂ, ਜਾਣਬੁੱਝ ਕੇ ਨਹੀਂ ਕੀਤੀਆਂ ਗਈਆਂ, ਪਰ ਜੇ ਸਿੱਖਾਂਗੇ ਤੇ ਤਾਂ ਹੀ ਕਾਮਯਾਬੀ ਵੱਲ ਵਧਾਂਗੇ। ਮੈਂ ਦੱਸ ਦੇਣਾ ਚਾਹੁੰਦਾ, ਅੱਜ ਭੁੱਲਰ ਸਾਹਿਬ ਸਾਡੇ ਨਾਲ ਜੁੜੇ ਹੋਏ ਹੈ। ਆ ਗਿਆਨ ਦਾ ਭੰਡਾਰ ਇਹਨਾਂ ਦੇ ਕੋਲ ਹੈ। ਬਜਟ ਇਜਲਾਸ ਦਾ ਸੈਸ਼ਨ ਖਤਮ ਹੋ ਚੁੱਕਿਆ। ਹੁਣ ਆਪਾਂ ਐਨਾਲਾਈਸਿਸ ਵੱਲ ਚੱਲਦੇ ਹਾਂ। ਭੁੱਲਰ ਸਾਹਿਬ ਦਾ ਐਨਾਲਾਈਸਿਸ ਕੀ ਹੈ? ਭੁੱਲਰ ਸਾਹਿਬ, ਬਜਟ ਇਜਲਾਸ ਅਸੀਂ ਸਾਰਿਆਂ ਨੇ ਦੇਖ ਲਿਆ ਕਿਸ ਤਰ੍ਹਾਂ ਦਾ ਸੀਗਾ। ਅੱਜ ਪੰਜਾਬ ਦੇ ਲੋਕਾਂ ਨੂੰ ਕੀ ਦੱਸੋਗੇ? ਤੁਹਾਡੀ ਐਨਾਲਾਈਸਿਸ ਰਿਪੋਰਟ ਕੀ ਬੋਲਦੀ ਹੈ? ਕੀ ਬਜਟ ਇਜਲਾਸ? ਮੈਂ ਦੇਖੋ, ਕੋਈ ਇਕਨੋਮਿਸਟ ਤਾਂ ਹੈ ਨਹੀਂ, ਨਾ ਕੋਈ ਚਰਚਾ ਤਾਂ ਬਹੁਤ ਵਧੀਆ ਕਰਦੇ ਹੋ। ਚਰਚਾ ਤਾਂ ਚਲੋ ਜਿੰਨੀ ਕੁ ਪਰਮਾਤਮਾ ਨੇ ਮੱਤ ਦਿੱਤੀ ਹੈ, ਸੂਝ-ਬੂਝ ਔਰ ਚੰਗੇ ਲੋਕਾਂ ਦੀ ਸੰਗਤ ਫੋਰਚੂਨੇਟਲੀ ਮੰਨਣ ਦਾ ਮੌਕਾ ਮਿਲਿਆ ਕਾਲਜ ਯੂਨੀਵਰਸਿਟੀ ਲੈਵਲ ਦੇ ਉੱਪਰ। ਔਰ ਉਸ ਤੋਂ ਬਾਅਦ ਵੀ ਹੁਣ ਤੱਕ ਸਾਡੇ ਜਿਹੜੇ ਕੁਲੀਗਸ ਨੇ ਔਰ ਵੱਖੋ ਵੱਖਰੇ ਹੋਰ ਫਰੋਮ ਦਾ ਡਿਫਰੈਂਟ ਵਾਕਸ ਆਫ ਲਾਈਫ ਲੋਕ ਮਿਲਦੇ ਰਹਿੰਦੇ ਆ। ਬਜਟ ਜਿਹੜਾ ਵਾ, ਇਹ ਇੱਕ ਤਾਂ ਜੇ ਇਹਨੂੰ ਨੋਮਨਕਲੇਚਰ ਕੋਈ ਲਕਬ ਦੇਣਾ ਹੋਵੇ ਤਾਂ ਇਟਸ ਅ ਜਗਲਿੰਗ ਆਫ ਫਿਗਰਸ। ਜਗਲਿੰਗ ਸਮਝਦੇ ਹੋ ਨਾ, ਤਿੰਨ ਗੇਂਦਾਂ ਲੈ ਕੇ ਤੇ ਉਹ ਐਂ ਉੱਪਰ ਥੱਲੇ ਸੁੱਟੀ ਜਾਂਦੇ ਆ, ਦੋ ਹੱਥ 'ਚ ਰਹਿੰਦੀਆਂ, ਇੱਕ ਉੱਪਰ ਹੀ ਫਿਰਦੀ ਰਹਿੰਦੀ ਹੈ। ਇਹ ਉਸ ਤਰ੍ਹਾਂ ਦਾ ਵਾ ਕਿ ਅੰਕੜਿਆਂ ਦਾ ਇੱਧਰ ਉੱਧਰ ਹੇਰ ਫੇਰ ਔਰ ਸਬਜ਼ ਬਾਗ ਦਿਖਾਇਆ ਗਿਆ। ਸਿਰਫ ਗਰਾਊਂਡ ਦੇ ਉੱਤੇ ਕੁਛ ਨਹੀਂ ਹੈਗਾ। ਮੈਂ ਤੁਹਾਨੂੰ ਤੱਥਾਂ ਦੇ ਨਾਲ ਜਿਹੜੀ ਇਹ ਗੱਲ ਪ੍ਰੂਵ ਕਰ ਸਕਦਾ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਆਮ ਲੋਕਾਂ ਨੂੰ ਲੁਭਾ ਰਿਹਾ ਇਹ ਕਿ ਜੀ ਮਹਿਲਾਵਾਂ ਦਾ, ਔਰਤਾਂ ਦਾ, ਸਾਡੀਆਂ ਬੀਬੀਆਂ ਭੈਣਾਂ ਦਾ ਕਿਰਾਇਆ ਫ੍ਰੀ ਕਰਤਾ ਬੱਸਾਂ 'ਚ। ਇਹ ਉਵੇਂ ਆ ਜਿਵੇਂ ਕਹਿ ਲਓ ਕਿ ਇੱਕ ਪਹਿਲਾਂ ਸਰਵੇ ਕੀਤਾ ਸਰਕਾਰ ਨੇ ਕਿ ਪੰਜਾਬ ਦੇ ਵਿੱਚ ਗ੍ਰੈਜੂਏਟ ਕਿੰਨੇ ਆ। ਉਸ ਸਰਵੇ 'ਚ ਆ ਗਿਆ ਕਿ ਗ੍ਰੈਜੂਏਟ ਹੈਗੇ ਆ 10,000। ਤੁਸੀਂ ਕਹਿਤਾ ਜੀ ਕਿ ਅਸੀਂ ਔਰ ਮਾਸਟਰਸ ਕਿੰਨੇ ਆ, ਤੁਸੀਂ ਕਹਤਾ ਜੀ ਮਾਸਟਰਸ ਤਾਂ 50 ਹੀ ਨੇ ਪੂਰੇ ਸੂਬੇ ਦੇ ਵਿੱਚ। ਤੁਸੀਂ ਕਹਤਾ ਜੀ 5000 ਪੋਸਟ ਅਸੀਂ ਕੱਢਤੀ ਹੈ ਔਰ ਉਹਦੇ ਵਾਸਤੇ ਕੁਆਲੀਫਿਕੇਸ਼ਨ ਜਿਹੜੀ ਆ ਉਹ ਮਾਸਟਰਸ ਆ, ਬੰਦੇ ਨੇ ਐਮਏ ਕੀਤੀ ਹੋਵੇ। ਸਰਵੇ ਤੁਸੀਂ ਪਹਿਲਾਂ ਕਰ ਲਿਆ ਵੀ ਐਮਏ ਵਾਲੇ ਬੰਦੇ ਹੀ 50 ਆ, ਤਾਂ ਫਿਰ ਉਹਦੇ ਵਿੱਚ 4950 ਪੋਸਟਾਂ ਤਾਂ ਖਾਲੀ ਰਹਿਣਗੀਆਂ। ਇਹ ਸੇਮ ਆਇਡੈਂਟੀਕਲ ਉਵੇਂ ਹੀ ਵਾਪਰਿਆ। ਪੰਜਾਬ ਦੇ ਕੋਲ ਪੀਆਰਟੀਸੀ ਦੀ, ਪੰਜਾਬ ਰੋਡਵੇਜ਼ ਦੀ ਫਲੀਟ ਕਿੰਨੀ ਕਾ ਪਹਿਲਾਂ ਤੇ ਦੇਖੋ ਤੁਸੀਂ। ਜੇ ਕਰਨਾ ਹੀ ਸੀ ਤੇ ਨਾਲ ਪ੍ਰਾਈਵੇਟ ਸਰਕਾਰ ਆ, ਸਰਕਾਰ ਤਾਂ ਕੁਝ ਵੀ ਕਰ ਸਕਦੀ ਹੈ। ਪ੍ਰਾਈਵੇਟ ਬੱਸਿਸ ਦਾ ਜਿਹੜਾ ਟਰਾਂਸਪੋਰਟ ਹੈ ਉਹਦੇ ਵਿੱਚ ਵੀ ਫ੍ਰੀ ਕਰ ਦੇ। ਦੂਸਰਾ ਇਹ ਕਹਿੰਦੇ ਜੀ ਦਿੱਲੀ 'ਚ ਵੀ ਸਿਰਫ ਸਰਕਾਰੀ, ਜੇ ਦਿੱਲੀ ਹਰਿਆਣੇ 'ਚ ਤਾਂ ਬੱਸਾਂ ਹੀ ਸਰਕਾਰੀ ਨੇ, ਪ੍ਰਾਈਵੇਟ ਹੈ ਇੱਥੇ ਹੀ ਇਜਾਰੇਦਾਰੀ ਹੈ। ਇੱਥੇ ਜਿਹੜਾ ਹੈਗਾ ਸਾਰਾ ਉਹ ਖੇਤਰ ਜਿਹੜਾ ਹੈਗਾ ਇਹਨਾਂ ਨੇ ਉਹਦੇ 'ਤੇ ਕਬਜ਼ਾ ਕੀਤਾ ਹੋਇਆ ਇੱਕ ਕਿਸਮ ਦੇ ਨਾਲ। ਔਰ ਬੱਸਿਸ ਕਿਹਨਾਂ ਦੀਆਂ ਨੇ ਤੁਸੀਂ ਦੇਖ ਲਓ, ਸਾਰੇ ਹੀ, ਚਾਹੇ ਕਾਂਗਰਸੀ ਨੇ ਚਾਹੇ ਅਕਾਲੀ ਦਲ ਵਾਲੇ। ਹੁਣ ਮੈਂ ਪਰਟੀਕੂਲਰਲੀ ਕਿਸੇ ਦਾ ਨਾਂ ਲੈਣ ਤੋਂ ਗੁਰੇਜ਼ ਹੀ ਕਰੂੰਗਾ। ਤੁਹਾਨੂੰ ਵੀ ਉਹਨਾਂ ਟਰਾਂਸਪੋਰਟ, ਸਾਡੇ ਦੋਸਤ ਨੇ, ਮਿੱਤਰ ਵੀ ਨੇ ਉਹਨਾਂ 'ਚੋਂ ਬੜੇ, ਤੁਹਾਨੂੰ ਵੀ ਪਤਾ ਕਿ ਕਿਹੜੇ ਕਿਹੜੇ ਟਰਾਂਸਪੋਰਟਰ ਘਰਾਣੇ ਹੈਗੇ। ਲੋਕਾਂ ਨੂੰ ਤਾਂ ਇਕੱਲੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਫਲੀਟ ਦਾ ਹੀ ਪਤਾ ਨਾ ਬੱਸਿਸ ਦਾ, ਉਸ ਤੋਂ ਇਲਾਵਾ ਹੋਰ ਬਹੁਤ ਨੇ ਮਹਾਂਪੁਰਸ਼, ਅਕਾਲੀ ਦਲ 'ਚ ਵੀ ਨੇ, ਕਾਂਗਰਸ 'ਚ ਵੀ ਨੇ। ਔਰ ਦੂਜਾ, ਇਹਨਾਂ ਨੇ ਅੱਧਾ ਕਿਰਾਇਆ ਜਿਹੜਾ ਹੈਗਾ ਉਹ ਪਹਿਲਾ ਬਜਟ ਜਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਪੇਸ਼ ਕੀਤਾ ਸੀ ਇਸ ਸਰਕਾਰ ਦਾ, ਉਦੋਂ ਕਹਿਤਾ ਸੀ ਕਿ ਅੱਧਾ ਕਿਰਾਇਆ ਮਾਫ ਹੋਊਗਾ। ਇੱਕ ਵੀ ਬੀਬੀ ਭੈਣ ਸਾਡੀ ਬੱਚੀ ਜਿਹੜੀ ਹੈਗੀ ਬਾਂਹ ਖੜੀ ਕਰਕੇ ਕਵੇ ਵੀ ਪਿਛਲੇ 4.5 ਸਾਲਾਂ 'ਚ ਉਹਨੇ ਕਿਸੇ ਬੱਸ ਦੇ ਵਿੱਚ ਅੱਧਾ ਕਿਰਾਇਆ ਭਰ ਕੇ, ਕਿਸੇ ਕੰਡਕਟਰ ਨੇ ਉਹਦੀ ਅੱਧੀ ਟਿਕਟ ਛੱਡੀ ਹੋਵੇ, ਜਾਂ ਕਿਸੇ ਜਿਹੜਾ ਹੈਗਾ ਸਾਡੇ ਜਿਹੜੇ ਇਹਨਾਂ ਦੇ ਜ਼ਿਲ੍ਹਿਆਂ ਦੇ ਅਧਿਕਾਰੀ ਨੇ ਜਾਂ ਕੋਈ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਨੇ, ਉਹਨਾਂ ਨੇ ਕਿਸੇ ਨੇ ਅੱਧਾ ਕਿਰਾਇਆ ਮਾਫ ਕੀਤਾ ਹੋਵੇ। ਨਾਟ ਐਟ ਆਲ। ਸਿਰਫ ਅਖਬਾਰਾਂ ਦੇ ਵਿੱਚ ਅਤੇ ਸ਼ਬਦਾਂ ਦੇ ਵਿੱਚ ਉਵੇਂ ਹੀ ਹੋਣਿਆ ਕਿ ਇਹ ਅੰਗਰੇਜ਼ੀ ਜਿਵੇਂ ਕਹਿੰਦੇ ਕਿ ਪਲੈਥੋਰਾ ਆਫ ਪੇਪਰਸ, ਨਥਿੰਗ ਬਿਯੋਂਡ ਦੈਟ। ਉਸ ਤੋਂ ਅੱਗੇ ਆ ਜਾਓ। 63% ਜਿਹੜਾ ਇਹਨਾਂ ਦਾ ਐਕਸਪੈਂਡੀਚਰ ਆ, 63% ਉਹ ਕਮਿਟਡ ਐਕਸਪੈਂਡੀਚਰ ਹੈਗਾ, ਜਿਹੜਾ 63% ਹਿੱਸਾ ਆ ਬਜਟ ਦਾ। ਰਿਸਿਪਟਸ ਮੰਨ ਲਓ, ਸਪੋਜ਼ ਕਰੋ ਕਿ 100 ਰੁਪਈਆ ਉਦਾਹਰਨ ਦੇ ਤੌਰ 'ਤੇ ਪੰਜਾਬ ਸਰਕਾਰ ਕੋਲ, 100 ਦੇ ਵਿੱਚੋਂ 63 ਰੁਪਏ ਤਾਂ ਕਮਿਟਡ ਐਕਸਪੈਂਡੀਚਰ 'ਚ ਚਲੇ ਜਾਣੇ ਆ। ਕਮਿਟਡ ਐਕਸਪੈਂਡੀਚਰ 'ਚ ਤਿੰਨ ਚੀਜ਼ਾਂ ਹੁੰਦੀਆਂ ਪ੍ਰਾਈਮਾ ਫੇਸ਼ੀ ਬੇਸਿਕਲੀ, ਸੈਲਰੀਜ਼, ਪੈਨਸ਼ਨ, ਔਰ ਤੀਸਰਾ ਜਿਹੜਾ ਹੈਗਾ ਇੰਟਰਸਟ। ਇੱਕ ਤਾਂ ਤਨਖਾਹਾਂ ਮੁਲਾਜ਼ਮਾਂ ਦੀਆਂ, ਦੂਜਾ ਪੈਨਸ਼ਨਾਂ, ਜਿਹਦੇ 'ਚ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਨੇ, ਅੰਗਹੀਣਾਂ ਦੀਆਂ ਪੈਨਸ਼ਨਾਂ, ਦਲਿਤਾਂ ਦੀਆਂ ਪੈਨਸ਼ਨਾਂ, ਜਿਹੜਾ ਹੈਗੇ ਨੇ ਫਰੀਡਮ ਫਾਈਟਰਸ ਦੀਆਂ ਪੈਨਸ਼ਨਾਂ, ਵਿਧਵਾਵਾਂ ਦੀਆਂ ਪੈਨਸ਼ਨਾਂ, ਜਾਂ ਹੋਰ ਤਮਾਮ ਕਿਸੇ ਵੀ ਤਰ੍ਹਾਂ ਦੀਆਂ। ਔਰ ਤੀਜਾ ਜਿਹੜਾ ਇੰਟਰਸਟ ਸਾਨੂੰ ਵਿਆਜ ਪੈ ਰਹੀ ਹੈ, ਉਹ 63% ਬਜਟ ਦਾ ਜਿਹੜਾ ਹੈਗਾ, ਮੈਂ ਤੁਹਾਨੂੰ ਐਗਜ਼ੈਕਟ ਅਮਾਊਂਟ ਵੀ ਦੱਸ ਦਿੰਦਾ ਆ, ਉਹਦੇ 'ਤੇ ਹੀ ਸਰਕਾਰ ਦਾ ਜਿਹੜਾ ਹੈਗਾ ਚਲੇ ਜਾਣਾ ਵਾ। ਅਤੇ ਫਿਰ ਪਿੱਛੇ ਬਚੇ 17 ਰੁਪਈਏ।
17 ਰੁਪਈਆਂ ਦੇ ਨਾਲ ਸਰਕਾਰ 300 ਕਰੋੜ ਰੁਪਈਆ ਕਹਿੰਦੇ ਅਸੀਂ ਗੰਨੇ ਵਾਲੇ ਕਿਸਾਨਾਂ ਨੂੰ ਦੇਣਾ ਵਾ। 1700 ਖਰੇ 85 ਕਰੋੜ ਰੁਪਏ ਮੇ ਵੀ ਰੱਖੇ ਆ ਜਿਹੜੇ ਕਰਜ਼ਾ ਮਾਫ ਕਰਨਾ ਆ, ਔਰ 300 ਕਰੋੜ ਦੇ ਨੇੜੇ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਆ, ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ 133 ਕਰੋੜ ਰੁਪਈਏ ਦਾ ਘਪਲਾ ਸਾਧੂ ਸਿੰਘ ਧਰਮਸੋਤ ਦੇ ਨਾਂ ਦੇ ਉੱਤੇ ਇਹਨਾਂ ਦਾ ਹੀ ਲਾਇਆ ਹੋਇਆ ਸੈਕਟਰੀ ਸੀਨੀਅਰ ਮੋਸਟ IAS ਆਫੀਸਰ ਕਿਰਪਾ ਸ਼ੰਕਰ ਸਰੋਜ, ਉਹਨੇ ਕਿਹਾ, ਵਿਭਾਗ ਦਾ ਸੈਕਟਰੀ ਕਹਿ ਰਿਹਾ ਕਿ ਮੰਤਰੀ ਨੇ ਘਪਲਾ ਕੀਤਾ। ਉਹਦੇ ਬਾਰੇ ਹਾਲੇ ਤੱਕ ਸਰਕਾਰ ਨੇ ਦੱਸਿਆ ਹੀ ਨਹੀਂ। ਪਾਵਰ ਪਰਚੇਜ਼ ਐਗਰੀਮੈਂਟ ਜਿਹੜੇ ਰੱਦ ਕਰਨੇ ਸੀ, ਬਿਜਲੀ ਸਸਤੀ ਕਰਨੀ ਸੀ, ਕੈਪਟਨ ਅਮਰਿੰਦਰ ਸਿੰਘ ਨੇ, ਉਹ ਕਿੱਥੇ ਗਿਆ? ਵਾਈਟ ਪੇਪਰ ਲੈ ਕੇ ਆਉਣਾ ਸੀ, ਉਹ ਕਿੱਥੇ ਗਿਆ? ਔਰ ਪੈਟਰੋਲ, ਡੀਜ਼ਲ ਔਰ ਗੈਸ, ਤਿੰਨੇ ਪੈਟਰੋਲੀਅਮ ਪ੍ਰੋਡਕਟਸ ਆ, ਉਹਨਾਂ ਬਾਰੇ ਬਜਟ ਦੇ ਵਿੱਚ ਇੱਕ ਵੀ ਜਿਹੜਾ ਹੈਗਾ ਰੁਪਈਆ ਨਹੀਂ ਰੱਖਿਆ ਗਿਆ। ਔਰ ਜਿਹੜੀ ਮੈਂ ਤੁਹਾਨੂੰ ਇਹ ਦੱਸਣ ਜਾ ਰਿਹਾ ਸੀਗਾ ਕਿ ਟੋਟਲ ਜਿਹੜਾ ਉਹ ਰਕਮ ਕਿੰਨੀ ਹੈ ਕਮਿਟਡ ਐਕਸਪੈਂਡੀਚਰ ਦੀ, ਜਿਹੜੀ 58,981 ਰੁਪਏ ਜਿਹੜੇ ਹੈਗੇ ਆ 2020-21 ਦਾ ਜਿਹੜਾ ਵਰਾ ਪਿਛਲਾ ਸੀਗਾ, ਪਿਛਲਾ ਬਜਟ, ਔਰ ਜਿਹੜਾ ਹੁਣ 2021-22 ਦਾ ਉਹਦੇ 'ਚ 57,952 ਕਰੋੜ ਰੁਪਏ ਜਿਹੜੇ ਹੈਗੇ ਆ ਉਹ ਕਮਿਟਡ ਐਕਸਪੈਂਡੀਚਰ 'ਚ ਚਲੇ ਜਾਣੇ ਆ। ਤਾਂ ਇਹ 63% ਆ ਟੋਟਲ ਬਜਟ ਦਾ ਹਿੱਸਾ। ਬਾਕੀ 17% ਦੇ ਨਾਲ ਇਹ ਕੀ ਕਰਨਗੇ? ਔਰ ਇੱਕ GST ਕੰਪੋਨੈਂਟ ਜਿਹੜਾ ਇਹਨਾਂ ਨੂੰ 14% ਮਿਲਦਾ ਸੀ, 2020 'ਚ ਆ ਕੇ ਉਹ ਵੀ ਖਤਮ ਹੋ ਜਾਣਾ, ਜਿਹੜਾ ਉਹ ਜਦੋਂ GST ਲਿਆਂਦਾ ਗਿਆ ਸੀ ਤਾਂ 5 ਸਾਲ ਵਾਸਤੇ ਸੂਬਿਆਂ ਨੂੰ ਦੇਣਾ ਸੀਗਾ। ਸੋ ਰੈਵਨਿਊ ਕਿੱਥੋਂ ਜਨਰੇਟ ਕਰਨਾ, ਉਹ ਪੂਰੇ ਬਜਟ 'ਚ ਕਿਤੇ ਵੀ ਨਹੀਂ ਲਿਖਿਆ। ਇਹਨਾਂ ਦਾ ਆਪਦਾ ਮੰਤਰੀ ਨਵਜੋਤ ਸਿੰਘ ਸਿੱਧੂ, ਉਹਨੇ ਕਿਹਾ ਸੀ ਕਿ ਲਿਕਰ ਕਾਰਪੋਰੇਸ਼ਨ ਬਣਾਓ, ਜਿਵੇਂ ਤਾਮਿਲਨਾਡੂ 'ਚ, ਕਰਨਾਟਕਾ 'ਚ ਛੋਟੇ ਛੋਟੇ ਸਟੇਟਸ ਜਿਹੜੀਆਂ ਹੈਗੀਆਂ ਹਜ਼ਾਰਾਂ ਕਰੋੜ ਰੁਪਈਆ ਕਮਾ ਰਹੀਆਂ, ਅਤੇ ਸਾਡੇ ਪ੍ਰਾਈਵੇਟ ਲੋਕਾਂ ਦੇ ਹੱਥਾਂ 'ਚ ਦੇ ਕੇ ਗਵਰਨਮੈਂਟ 100, 150, 200 ਕਰੋੜ ਦੇ ਉੱਤੇ ਸਿਮਟ ਜਾਂਦੀ ਹੈ। ਮਾਈਨਿੰਗ ਕਾਰਪੋਰੇਸ਼ਨ ਬਣਾਉਣ ਨੂੰ ਉਹਨਾਂ ਨੇ ਕਿਹਾ ਸੀਗਾ। 500 ਕਰੈਸ਼ਰ ਆ ਪੰਜਾਬ ਦੇ ਵਿੱਚ, ਔਰ ਵੈਸੇ ਤਾਂ ਮੈਨੂੰ ਲੱਗਦਾ ਕਿ ਅਮੂਮਨ 40-50 ਟਰੱਕ ਇੱਕ ਕਰੈਸ਼ਰ ਡੇਲੀ ਦੇ ਕੱਢ ਦਿੰਦਾ, ਤੁਸੀਂ 10 ਟਰੱਕ ਹੀ ਲੈ ਕੇ ਚੱਲੋ। 50 ਨੂੰ 500 ਨੂੰ 10 ਨਾਲ ਗੁਣਾ ਕਰੋ, 5000 ਟਰੱਕ, ਇੱਕ ਟਰੱਕ ਦੇ ਉੱਤੇ 5000 ਰੁਪਈਆ ਗੁੰਡਾ ਪਰਚੀ ਹੈ। 5000 × 5000 2.5 ਕਰੋੜ, 2.5 ਕਰੋੜ ਰੁਪਈਆ ਰੋਜ਼ ਦੀ ਇੱਕ ਕਿਸਮ ਦੀ ਬਲੈਕ ਮਨੀ ਜਿਹੜੀ ਜਨਰੇਟ ਹੋ ਰਹੀ ਹੈ। ਅਤੇ ਕਿਉਂ ਨਹੀਂ ਮਾਈਨਿੰਗ ਕਾਰਪੋਰੇਸ਼ਨ ਬਣਾਈ ਬਈ? ਟਰਾਂਸਪੋਰਟ ਨੂੰ ਕਿਉਂ ਨਹੀਂ ਨੱਥ ਪਾਈ? ਕੇਬਲ ਮਾਫੀਆ ਚੱਲ ਰਿਹਾ, ਉਹਨੂੰ ਕਿਉਂ ਨਹੀਂ ਨੱਥ ਪਾਈ? ਸੋ ਸਰਕਾਰ ਦੀ ਜਿਹੜੀ ਨੀਅਤ ਆ ਉਹ ਖੋਟੀ ਹੈ ਬੇਸਿਕਲੀ। ਠੀਕ ਹੈ ਜੀ। ਤਾਂ ਲਗਾਤਾਰ ਦੇਖ ਰਹੇ ਹਾਂ ਕਿ ਕਿਸ ਤਰੀਕੇ ਨਾਲ ਜਿਹੜੇ ਬਜਟ ਇਜਲਾਸ ਉੱਤੇ, ਤੁਹਾਨੂੰ ਲੱਗਦਾ ਨਹੀਂ ਭੁੱਲਰ ਸਾਹਿਬ, ਜਿਹੜੇ ਆਪਣੇ ਸਾਡੇ ਪੰਜਾਬ ਦੇ ਲੋਕ ਇੰਨਾ ਇੰਟਰਸਟ ਨਹੀਂ ਦਿਖਾਉਂਦੇ ਬਜਟ ਇਜਲਾਸ ਦੇ ਵਿੱਚ? ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ। ਕਈ ਵਾਰੀ ਇਹ ਸੋਚਿਆ ਜਾਂਦਾ ਕਿ ਉਹਨਾਂ ਦੇ ਵਿਊਅਰਸ ਲਿਆਏ ਜਾਣ ਕਿ ਉਹ ਕੀ ਸੋਚਦੇ ਆ। ਅਕਸਰ ਜ਼ਿਆਦਾਤਰ ਮੈਨੂੰ ਲੱਗਦਾ ਉਹ ਇੰਟਰਸਟ ਵੀ ਨਹੀਂ ਦਿਖਾਉਂਦੇ ਅਤੇ ਨਾ ਕੁਛ ਪਤਾ ਹੁੰਦਾ। ਐਜੂਕੇਸ਼ਨ ਦੀ ਘਾਟ ਕਹਿ ਸਕਦੇ ਹਾਂ। ਦੂਸਰਾ, ਸਰਕਾਰਾਂ ਦੀ ਨੀਤੀ ਤਰੀਕਾ ਹੀ ਇਹ ਹੈ ਨਾ, ਤਰਜੇ ਅਮਲ ਇਹ ਆ ਕਿ ਲੋਕਾਂ ਨੂੰ ਉਲਝਾ ਦਿਓ ਰੋਜ਼ੀ ਰੋਟੀ ਦੇ ਚੱਕਰ 'ਚ ਹੀ। ਹੁਣ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਲੋਕ ਵਿਚਾਰੇ ਤੇ ਰੋਜ਼ਮਰਾ ਦੇ ਅਮਲ ਦੇ ਵਿੱਚ ਹੀ ਉਹਦੇ ਵਿੱਚੋਂ ਹੀ ਨਹੀਂ ਨਿਕਲ ਪਾ ਰਹੇ। ਪਹਿਲੀਆਂ ਬੇਸਿਕ, ਸਭ ਤੋਂ ਪਹਿਲਾਂ ਤੁਹਾਡੀਆਂ ਨੀਡਸ ਹੁੰਦੀਆਂ, ਜ਼ਰੂਰੀ ਲੋੜਾਂ, ਜਿਹਨੂੰ ਅਸੀਂ ਕੁੱਲੀ ਗੁੱਲੀ ਜੁੱਲੀ ਦੀ ਲੋੜ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਕੰਫਰਟ ਅਤੇ ਉਸ ਤੋਂ ਬਾਅਦ ਲਗਜ਼ਰੀ ਆਉਂਦੀ ਆ। ਅਸੀਂ ਤਾਂ ਨੀਡਸ 'ਚ ਉਲਝੇ ਹੋਏ ਹਾਂ। ਜੇ ਕੰਫਰਟ ਵੱਲ ਨੂੰ ਵਧਾਂਗੇ ਤਾਂ ਫਿਰ ਮਾੜਾ ਮੋਟਾ, ਹੁਣ ਆਪਾਂ ਇੱਥੇ ਬੈਠੇ ਹਾਂ, AC ਚੱਲ ਰਿਹਾ, ਵਧੀਆ ਲਾਈਟਾਂ ਸ਼ਾਈਟਾਂ ਜਗ ਰਹੀਆਂ ਨੇ, ਤੇ ਤੁਹਾਡੇ ਮਨ 'ਚ ਆਟੋਮੈਟਿਕਲੀ ਥਾਟਸ ਕੋਈ ਨਾ ਕੋਈ ਆਊਗਾ। ਦੂਸਰਾ, ਤੁਸੀਂ ਜੇ ਰੌਸ਼ਨ ਦਿਮਾਗ, ਜੇ ਆਲੇ ਦੁਆਲੇ ਦਾ ਮਾਹੌਲ, ਪਿੰਡਾਂ ਦਾ, ਸ਼ਹਿਰਾਂ ਦਾ, ਇਸ ਸਿਆਸਤ ਨੇ ਇੰਨਾ ਕੁ ਗੰਧਲਾ ਕਰਤਾ ਕਿ ਉਸ ਇੱਕ ਖੂਹ ਦੇ ਡੱਡੂ ਵਾਂਗੂ ਲੋਕ ਉਹਦੇ 'ਚੋਂ ਬਾਹਰ ਨਿਕਲ ਕੇ ਸੋਚ ਹੀ ਨਹੀਂ ਪਾ ਰਹੇ। ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਵੈਸਟਡ ਇੰਟਰਸਟ, ਉਹੀ ਅਸੀਂ ਮੂਹਰੇ ਰੱਖੇ ਹੋ। ਜਦੋਂ ਅਸੀਂ ਕਲੈਕਟਿਵਲੀ ਸੋਚਾਂਗੇ ਨਾ, ਉਦਾਹਰਨ ਦੇ ਤੌਰ 'ਤੇ ਤੁਸੀਂ ਦੇਖੋ ਜੋ ਦਿੱਲੀ ਸਰਕਾਰ ਨੇ ਕੰਮ ਕੀਤੇ ਆ, ਅੱਜ ਐਜੂਕੇਸ਼ਨ ਫ੍ਰੀ ਹੋ ਜਾਵੇ ਕਿ ਜਿੰਨਾ ਵੀ ਕੋਈ ਪੜ੍ਹਨਾ ਚਾਹੁੰਦਾ, ਸਰਕਾਰ ਸਾਰਾ ਖਰਚਾ ਬੀਅਰ ਕਰੂਗੀ। ਹੈਲਥ ਦਾ ਸਾਰਾ ਫ੍ਰੀ ਹੋ ਜਾਵੇ ਕਿ ਹੈਲਥ ਸੈਕਟਰ ਦੇ ਵਿੱਚ ਕਿਸੇ ਨੂੰ ਇੱਕ B ਕੰਪਲੈਕਸ ਦੇ ਕੈਪਸੂਲ ਤੋਂ ਲੈ ਕੇ, ਤੇ ਚਾਹੇ ਉਹਦੀ ਕੋਈ ਮੇਜਰ ਸਰਜਰੀ ਹੁੰਦੀ ਹੈ, ਚਾਹੇ ਕੋਈ ਐਕਸੀਡੈਂਟ ਦੇ ਵਿੱਚ ਕੋਈ ਉਹਨੂੰ ਇੰਜਰੀ ਆ ਜਾਂਦੀ ਹੈ, ਤਾਂ ਉਹ ਸਾਰਾ ਖਰਚਾ ਸਰਕਾਰ ਬੀਅਰ ਕਰੂਗੀ। ਆ ਟੋਲ ਟੈਕਸ ਏਡੇ ਲਾ ਰੱਖੇ ਆ। ਟਰਾਂਸਪੋਰਟ ਸਰਕਾਰੀ ਬੱਸਾਂ 'ਚ ਸਾਰਿਆਂ ਨੂੰ ਫ੍ਰੀ ਹੋ ਜਾਵੇ ਸਿਸਟਮ। ਇਹ ਓਵਰਨਾਈਟ ਨਹੀਂ ਹੋ ਸਕਦਾ, ਮੈਨੂੰ ਵੀ ਪਤਾ। ਕੱਲ੍ਹ ਨੂੰ ਸਾਡੀ ਸਰਕਾਰ ਦਾ ਵੀ ਘਾਟਾ ਕਹਿਣ ਸਾਨੂੰ ਕਿ ਭਾਈ ਤੁਸੀਂ ਇੰਟਰਵਿਊ 'ਚ ਇਹ ਗੱਲ ਕਹੀ ਸੀ, ਇਹਨਾਂ ਨੂੰ ਸਮਾਂ ਲੱਗੂਗਾ। ਪਰ ਪੰਜਾਬ ਦੇ ਕੋਲ ਇੰਨੇ ਕੁ ਅਸਾਸੇ, ਇੰਨੇ ਕੁ ਸੋਰਸਿਸ ਰੈਵਨਿਊ ਦੇ ਹੈਗੇ ਆ, ਤਾਂ ਫਿਰ ਆਟੋਮੈਟਿਕਲੀ ਲੋਕ ਸੋਚਣਗੇ। ਹੁਣ ਮੰਨ ਲਓ ਇੱਕ ਬੱਚਾ, ਅੱਜ ਜੇ ਕਿਸੇ ਨੇ ਆਪਦੇ ਬੱਚੇ ਨੂੰ ਬਾਹਰ ਵੀ ਭੇਜਣਾ, ਸਾਡਾ ਕਿੰਨਾ ਜਿਹੜਾ ਸਰਮਾਇਆ ਆ ਉਹ ਬਾਹਰ ਜਾ ਰਿਹਾ, ਲੋਕ ਹਿਜਰਤ ਕਰ ਕਰਕੇ ਬਾਹਰ ਜਾ ਰਹੇ, ਨਾਲ 20-25 ਲੱਖ ਰੁਪਈਆ ਲੈ ਕੇ ਜਾ ਰਿਹਾ ਇੱਕ ਬੰਦਾ। ਤਾਂ ਜੇ ਐਜੂਕੇਸ਼ਨ ਫ੍ਰੀ ਹੋਵੇ, ਹੈਲਥ ਫ੍ਰੀ ਹੋਵੇ, ਤਾਂ ਫਿਰ ਲੋਕ ਆਟੋਮੈਟਿਕਲੀ ਜਿਹੜਾ ਹੈਗਾ, ਸਿਰਫ ਉਹਨਾਂ ਨੂੰ ਆਪਦੇ ਘਰ ਬਣਾਉਣ ਦੀ ਇੱਕ ਫਿਕਰ ਹੋਵੇ। ਕਿਉਂਕਿ ਬੇਸਿਕਲੀ ਕਿਸੇ ਵੀ ਬੰਦੇ ਕੋਲੇ ਬੈਠ ਜਾਓ, ਸਿਆਣੇ ਕੋਲੇ, ਉਹ ਕਹੂਗਾ ਵੀ ਉਹਦੇ ਫਿਕਰ ਕੀ ਹੈ, ਤੇ ਮੈਂ ਆਪਣੀ ਬੱਚੀ ਦੀ ਸ਼ਾਦੀ ਕਰਨੀ ਹੈ, ਉਹਦੇ 'ਤੇ ਬਹੁਤ ਪੈਸਾ ਖਰਚ ਹੋਣਾ, ਬੱਚਿਆਂ ਨੂੰ ਪੜ੍ਹਾਉਣਾ, ਘਰ ਬਣਾਉਣਾ, ਤੇ ਬੁਢਾਪੇ ਵਾਸਤੇ, ਆਪਦੇ ਵਾਸਤੇ ਜਿਹੜੇ ਕੁਛ ਪੈਸੇ ਜਮ੍ਹਾਂ ਰੱਖਣੇ ਕਿ ਕੋਈ ਅਲਾਮਤ, ਕੋਈ ਬਿਮਾਰੀ ਚੰਬੜ ਗਈ। ਜੇ ਇਹ ਫਿਕਰ ਨਾ ਹੋਣ ਤਾਂ ਫਿਰ ਉਹ ਜਿਹੜੇ ਸੋਸ਼ਲ ਕੰਮਾਂ ਵਾਸਤੇ ਜਿਹੜਾ ਹੈਗਾ ਸਮਾਂ
ਡੈਫੀਨਿਟਲੀ ਕੱਢ ਸਕਦਾ ਵਾ। ਤਾਂ ਉਹ ਜਿਹੜੀ ਤੁਸੀਂ ਕਹਿਣਾ ਕਿ ਬਜਟ ਲੋਕਾਂ ਨੂੰ ਸਮਝ ਨਹੀਂ ਆਉਂਦਾ, ਉਹ ਵਿਚਾਰਿਆਂ ਕੋਲੇ ਨਾ ਇੰਨਾ ਸਮਾਂ ਵਾ ਤੇ ਨਾ ਹੀ ਇੰਨੀ ਸੂਝ ਆ। ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਹੋਰ ਤੁਸੀਂ ਸਮਾਂ ਦਿਓ, ਆਪਾਂ ਪ੍ਰੋਗਰਾਮ ਹੀ ਇਸ ਤੇ ਸ਼ੁਰੂ ਕਰਦੇ ਹਾਂ ਕਿ ਲੋਕਾਂ ਨੂੰ ਬਜਟ ਇਜਲਾਸ ਬਾਰੇ ਕੀ ਹੈ ਸੈਸ਼ਨ ਜੋ ਬਿਲਕੁਲ ਹਾਜ਼ਰ ਹਾਂ। ਤੁਸੀਂ ਹਾਲ ਦੇਖੋ ਪੰਜਾਬ ਸਰਕਾਰ ਦਾ ਜਿਹੜਾ ਅਕਰੋਸ ਦਾ ਸਟੇਟ ਜਿਹਨੂੰ ਆਪਾਂ ਕਹਿ ਦਈਏ ਕਿ ਐਵਰੇਜ ਖਰਚਾ ਵਾ ਸਾਰੀਆਂ ਸਟੇਟਾਂ ਦਾ, ਉਹ ਐਜੂਕੇਸ਼ਨ ਦੇ ਉੱਤੇ 15.8% ਹੈ। ਪੰਜਾਬ ਦਾ ਲਮਕ ਕੇ 11.6% ਆ ਗਿਆ, 4% ਐਵਰੇਜ ਨਾਲੋਂ ਘੱਟ। ਤੇ ਰੂਰਲ ਡਿਵੈਲਪਮੈਂਟ ਜਿਹੜਾ ਕਹਿੰਦੇ ਗਲੀਆਂ ਨਾਲੀਆਂ ਨਹੀਂ ਬਣੀਆਂ, ਉਹ ਬਣਨੀਆਂ ਹੀ ਨਹੀਂ ਜੇ ਹਾਲਾਤ ਇਹ ਰਹੇ। ਜਿਹੜੀ ਉਹਦੀ ਐਲੋਕੇਸ਼ਨ ਹੈ ਰੂਰਲ ਡਿਵੈਲਪਮੈਂਟ ਦੀ, ਓਵਰਆਲ ਐਵਰੇਜ 6% ਆ, ਸਾਡੇ ਬਜਟ 'ਚ 2.2% ਹੈ। ਜਿਹੜਾ B&R ਡਿਪਾਰਟਮੈਂਟ ਆ, PWD B&R ਜਿਹਨੂੰ ਅਸੀਂ ਕਹਿ ਦਿੰਦੇ ਪਬਲਿਕ ਵਰਕਸ ਡਿਪਾਰਟਮੈਂਟ, ਬ੍ਰਿਜਸ ਐਂਡ ਰੋਡਸ, ਉਹਦੇ ਉੱਪਰ ਸਾਡੀ ਐਲੋਕੇਸ਼ਨ 1.6%। ਜਿਹੜੀ ਐਵਰੇਜ ਨੈਸ਼ਨਲ ਬਾਕੀ ਸਟੇਟਸ ਦੀ ਉਹ 4.3% ਆ। ਔਰ ਸਿਰਫ ਇੱਕ ਪੁਲਿਸ ਤੇ ਇੱਕ ਐਗਰੀਕਲਚਰ, ਚਲੋ ਇੰਨੀ ਗਨੀਮਤ ਆ ਵੀ ਐਗਰੀਕਲਚਰ ਦੇ ਵਿੱਚ ਜਿਹੜਾ ਇਹਨਾਂ ਨੇ ਐਵਰੇਜ 6.3% ਆ ਤੇ ਇਹਨਾਂ ਨੇ ਬਜਟ 'ਚ 10%, 10.9% ਆਲਮੋਸਟ 11% ਰੱਖਿਆ ਹੋਇਆ। ਬਾਕੀ ਸਾਰੇ ਖੇਤਰਾਂ ਦੇ ਵਿੱਚ ਜਿਹੜੇ ਮੇਜਰ ਚੰਕਸ ਆਫ ਐਲੋਕੇਸ਼ਨ ਆਫ ਫੰਡਸ ਹੈਗੇ ਆ, ਉਹ ਡੀਗ੍ਰੇਡ ਹੋ ਰਹੇ, ਮਤਲਬ ਡਿਕਰੀਜ਼ਿੰਗ ਆਰਡਰ ਦੇ ਵਿੱਚ ਹੀ ਆ। ਸਾਰਾ ਟੇਬਲ ਤੁਹਾਡੇ ਸਾਹਮਣੇ ਪਿਆ ਵਾ। ਲਗਾਤਾਰ 2015 ਤੋਂ ਲੈ ਕੇ ਆਨਵਰਡਸ ਜਿਹੜਾ ਹੈਗਾ ਮੇਜਰ ਸੈਕਟਰਸ ਜਿਹੜੇ ਆ ਉਹਦੇ ਵਿੱਚ ਇਹ ਘਟਿਆ ਹੀ ਹੈ। ਔਰ ਫਿਰ ਇੱਕ ਦੇਖੋ ਨੈਸ਼ਨਲ ਹੈਲਥ ਪਾਲਿਸੀ ਦੇ ਅਕੋਰਡਿੰਗਲੀ 7 ਜਾਂ 8% ਜਿਹੜਾ ਐਲੋਕੇਸ਼ਨ ਹੈ ਉਹ ਹੈਲਥ ਨੂੰ ਚਾਹੀਦੀ ਹੈ ਘੱਟੋ ਘੱਟ, ਔਰ ਸਾਡੇ ਬਜਟ 'ਚ ਹੈਗੀ ਹੈ 4%। ਸੋ ਕਿੱਥੇ ਕਿੱਥੇ ਜਾ ਕੇ ਮਤਲਬ ਆਪਾਂ ਕਿਹੜੀ ਕਿਹੜੀ ਚੀਜ਼ ਨੂੰ ਕੰਡੈਮ ਕਰਾਂਗੇ ਜਾਂ ਉਹਦੇ ਉੱਪਰ ਤੰਜ ਕੱਸਾਂਗੇ, ਇਹਨਾਂ ਦਾ ਧਿਆਨ ਹੀ ਹੈ ਨਹੀਂਗਾ ਸੂਬੇ ਵਾਲੇ ਪਾਸੇ। ਪਰ ਤੁਸੀਂ ਇਸ ਦਾ ਜਿਹੜਾ ਤੁਸੀਂ ਐਨਾਲਾਈਸਿਸ ਕੀਤਾ, ਨਿਚੋੜ ਕੀ ਕੱਢਿਆ ਆਖਰੀ ਦੇ ਵਿੱਚ? ਜੇ ਮੈਂ ਨਿਚੋੜ ਦੀ ਗੱਲ ਕਰਾਂ, ਨਿਚੋੜ ਇਹ ਆ ਜੀ, ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ, ਗੁਟਕਾ ਸਾਹਿਬ ਨੂੰ ਸਾਡੇ ਮੁਕੱਦਸ ਜਿਹੜੀ ਗੁਰੂ ਸਾਹਿਬ ਦੀ ਦੇਣ ਆ ਉਹਨੂੰ ਹੱਥ 'ਚ ਫੜ ਕੇ ਵਾਅਦਾ ਕੀਤਾ ਕਿ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗੇ, 5% ਸ਼ਰਾਬ ਦੇ ਠੇਕੇ ਹਰ ਸਾਲ ਬੰਦ ਕਰਾਂਗੇ, ਕਿ 100 ਦੇ ਵਿੱਚੋਂ 5 ਠੇਕੇ ਹਰ ਸਾਲ ਬੰਦ ਹੋਣਗੇ। 5 ਸਾਲਾਂ 'ਚ 25% ਹੋਣੇ ਚਾਹੀਦੇ ਸੀ। ਦੱਸੋ ਫਿਰੋਜ਼ਪੁਰ 'ਚ ਕਿੰਨੇ ਠੇਕੇ ਬੰਦ ਹੋਏ? ਬਾਕੀ ਇਹੀ ਹਾਲ ਪੂਰੇ ਅਕਰੋਸ ਦਾ ਸਟੇਟ ਹੈ। ਤੀਸਰਾ ਇਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਨੌਜਵਾਨਾਂ ਨੂੰ ਨੌਕਰੀਆਂ, ਘਰ ਘਰ ਨੌਕਰੀ ਦਿਆਂਗੇ। ਚੌਥਾ ਕਿ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ। ਔਰ ਪੰਜਵਾਂ ਸਮਾਰਟਫੋਨ ਦਿਆਂਗੇ। ਔਰ ਛੇਵਾਂ ਪ੍ਰੋਮਿਸਿਸ ਜਿਹੜੇ ਸੀਗਾ ਆਹ ਵੀ ਮਹਿਲਾਵਾਂ ਨੂੰ ਜਿਹੜੀਆਂ ਸਹੂਲਤਾਂ ਦਿਆਂਗੇ। ਬੱਸ ਕਿਰਾਇਆ ਜਿਹੜਾ ਹੁਣ ਆ ਕੇ ਰੋਂਦਿਆਂ ਦੇ ਅਥਰੂ ਪੁੰਝਣ ਦਾ ਡਰਾਮਾ ਕਰ ਰਹੇ ਆ। 8ਵਾਂ ਜਿਹੜਾ ਇਹਨਾਂ ਦਾ ਵਾਅਦਾ ਸੀਗਾ, ਮੈਂ ਮਾਫੀ ਚਾਹੁੰਦਾ, ਮੈਨੂੰ ਇੱਥੇ ਥੋੜ੍ਹਾ ਜਿਹਾ ਵਿਚਾਰ, ਵੈਸੇ ਤਾਂ ਮੈਨੂੰ ਸਾਰੇ ਹੀ ਯਾਦ ਸੀ ਕਿ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਉਹਦੇ 'ਚ ਪੂਰਾ ਇੱਕ ਵੀ ਨਹੀਂ ਕੀਤਾ। ਕਈ ਵਾਰ ਕੋਈ ਗੱਲ ਵਿਸਰ ਜਾਂਦੀ ਹੈ। ਮੈਂ ਅੱਗੇ ਤੁਹਾਨੂੰ ਡਿਟੇਲ 'ਚ ਹੋਰ ਵੀ ਇਹਦੇ ਨਾਲ ਮੁਸਲਸਲ ਸਾਰੇ ਜਿਹੜੇ ਪ੍ਰੋਮਿਸਿਸ ਕੀਤੇ ਸੀਗੇ ਉਹ ਦੱਸਦਾ ਹਾਂ। ਉਹਦੇ 'ਚ 2500 ਰੁਪਈਆ ਅਨਐਮਪਲੋਇਮੈਂਟ ਭੱਤਾ ਦਿਆਂਗੇ, ਬੇਰੁਜ਼ਗਾਰੀ ਭੱਤਾ। ਪਹਿਲਾਂ ਵਿਰੋਧਾਭਾਸ ਸੀ, ਦੇਖੋ ਨਾ ਵੀ ਜੇ ਨੌਕਰੀ ਦਿਆਂਗੇ, ਨੌਕਰੀ ਨਾ ਮਿਲੀ ਤੇ ਭੱਤਾ ਦਿਆਂਗੇ। ਜਿਹੜੀ ਪੈਨਸ਼ਨ ਆ, ਬੁਢਾਪਾ ਪੈਨਸ਼ਨ 2500 ਕਰਾਂਗੇ। ਰੋਂਦੇ ਧੋਂਦੇ ਹੁਣ ਜਿਹੜੀ ਹੈਗੀ ਆ, ਦੇਖੋ ਕਹਿ ਰਹੇ ਆ ਮੇਰੇ ਖਿਆਲ 2100 ਰੁਪਈਆ, ਸ਼ਾਇਦ 1500 ਰੁਪਏ ਕੀਤੀ ਹੈ 750 ਤੋਂ। ਜਿਹੜੇ ਸੁਤੰਤਰਤਾ ਸੰਗਰਾਮੀ ਆ ਉਹਨਾਂ ਦਾ ਸਿਰਫ ਮਾਤਰ 1900 ਰੁਪਈਆ ਵਧਾਇਆ, 7500 ਤੋਂ 9400 ਕੀਤਾ ਆ। ਔਰ ਸ਼ਗਨ ਸਕੀਮ ਇਹਨਾਂ ਨੇ ਕਿਹਾ ਸੀ 51000 ਕਰਾਂਗੇ। ਔਰ ਇਸ ਤੋਂ ਇਲਾਵਾ ਹੋਰ ਤਮਾਮ ਇਸ ਤਰ੍ਹਾਂ ਦੇ ਜਿਹੜੇ ਵਾਅਦੇ ਸੀਗੇ, ਲੰਬੀ ਫਹਿਰਿਸਤ ਆ ਕਿ ਸਟੇਟ ਨੂੰ ਜਿਹੜਾ ਹੈਗਾ ਜਿਹੜਾ ਰੋਡ ਟਰਾਂਸਪੋਰਟ ਦਾ ਸਾਡਾ ਸੈਟਅਪ ਹੈਗਾ ਉਹਨੂੰ ਵਧੀਆ ਕਰਾਂਗੇ। ਲਾਅ ਐਂਡ ਆਰਡਰ ਜਿਹੜਾ ਹੈਗਾ ਉਹਦੇ 'ਚ ਸੁਧਾਰ ਆਊਗਾ। ਔਰ ਜਿਹੜੀਆਂ ਗਜ਼ਟਡ PPSC ਜਿਹੜੀਆਂ ਪੋਸਟਾਂ ਕੱਢਦੀ ਹੈ ਉਹ ਭਰਤੀ ਕਰਾਂਗੇ। 2 ਹੀ ਨੌਕਰੀਆਂ ਮਿਲੀਆਂ, ਇੱਕ ਸਰਦਾਰ ਰਵਨੀਤ ਸਿੰਘ ਬਿੱਟੂ ਦੇ ਭਰਾ ਨੂੰ, ਬੇਅੰਤ ਸਿੰਘ ਮਰਹੂਮ ਉਹਨਾਂ ਦੇ ਪੋਤਰੇ ਨੂੰ, ਔਰ ਦੂਸਰੀ ਇੱਕ ਮੇਰੇ ਖਿਆਲ ਸਾਡੇ ਜਿਹੜੇ ਮਾਨਯੋਗ ਹੁਣ ਇਹਨਾਂ ਦੇ ਕਰਤਾ ਧਰਤਾ, ਇਹਨਾਂ ਨੇ ਰੂਹੇ ਰਵਾਂ ਬਣੇ ਹੋਏ ਸਰਕਾਰ ਦੇ, ਪ੍ਰਸ਼ਾਂਤ ਕਿਸ਼ੋਰ ਜੀ। ਕੋਈ ਹੋਰ ਦੱਸੋ ਪੰਜਾਬ 'ਚ ਤੀਜਾ ਬੰਦਾ ਕੋਈ ਜਿਹਨੂੰ ਸਰਕਾਰ ਨੇ ਆਵਾਜ਼ ਮਾਰ ਕੇ ਨੌਕਰੀ ਦਿੱਤੀ ਹੋਵੇ? ਉਹ ਜਿਹੜਾ ਸਪੈਸ਼ਲੀ ਏਬਲਡ ਲੜਕਾ ਸੀਗਾ, ਓਲੰਪੀਅਨ ਗੋਲਡ ਮੈਡਲਿਸਟ, ਉਹ ਮਤਲਬ ਸਰਕਾਰ ਦੀ ਜਿਹੜੀ ਹੈਗੀ ਆ ਇਸ ਬੇਰੁਖੀ ਦਾ ਕਰਕੇ ਅਲਟੀਮੇਟਲੀ ਰੱਬ ਨੂੰ ਪਿਆਰਾ ਹੋ ਗਿਆ, ਪਰ ਉਹਦੀ ਸਰਕਾਰ ਨੇ ਬਾਤ ਨਹੀਂ ਪੁੱਛੀ। ਇਸ ਤਰ੍ਹਾਂ ਹੀ ਹੋਰ ਕਈ ਮਤਲਬ ਖਿਡਾਰੀ ਹੈਗੇ ਆ ਜਿਨ੍ਹਾਂ ਨੂੰ ਬਿਲਕੁਲ ਕਿਤੇ ਵੀ ਸਰਕਾਰ ਨੇ ਕਿਸੇ ਕਿਸਮ ਦਾ ਵੀ ਜਿਹੜਾ ਹੈਗਾ ਕੋਈ ਫਾਇਦਾ ਜਿਹੜਾ ਨਹੀਂ ਦਿੱਤਾ। ਤੁਹਾਨੂੰ ਲੱਗਦਾ ਨਹੀਂ ਜਿਹੜਾ ਬਜਟ ਇਜਲਾਸ ਹੈ ਲੋਕਾਂ ਉੱਤੇ ਕੀ ਅਸਰ ਕਰੇਗਾ? ਲੋਕ ਅਕਸਰ ਹੀ ਭੁੱਲ ਜਾਇਆ ਕਰਦੇ ਆ, ਬਾਕੀ 4 ਸਾਲਾਂ ਨੂੰ ਤੁਹਾਨੂੰ ਲੱਗਦਾ ਨਹੀਂ ਭੁੱਲ ਜਾਣਗੇ? ਆਖਰੀ ਸਵਾਲ ਹੈ ਜੀ, ਇਸ ਤੋਂ ਬਾਅਦ ਸਮਾਂ ਖਤਮ ਹੋਣ ਵਾਲਾ ਤੁਹਾਡਾ। ਦੇਖੋ ਜੀ, ਇਹ ਤਾਂ ਫਿਰ ਲੋਕਾਂ ਦੇ ਉੱਤੇ ਆ, ਔਰ ਅਸੀਂ ਆਪਦਾ ਫਰਜ਼, ਵਿਸਲ ਬਲੋਅਰ ਦਾ ਕੰਮ ਹੁੰਦਾ, ਵਿਸਲ ਵਜਾਉਣੀ, ਚੌਂਕੀਦਾਰ ਦਾ ਕੰਮ ਕਿ ਤੁਸੀਂ ਕਹੋ ਵੀ ਜਾਗਦੇ ਰਹੋ, ਜਾਗਦੇ ਰਹੋ। ਜੇ ਜਾਗਦੇ ਰਵਾਂਗੇ ਆਪਾਂ ਤੇ ਕੁਛ ਨਾ ਕੁਛ ਬਣ ਜਾਏਗਾ। ਜੇ ਸੁੱਤੇ ਰਵਾਂਗੇ ਤੇ ਫਿਰ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਉਹ ਤਾਂ ਫਿਰ ਜਿਹੜਾ ਭਵਿੱਖ ਆ ਉਹ ਕੰਧ 'ਤੇ ਲਿਖਿਆ, ਸਾਨੂੰ ਸਾਰਿਆਂ ਨੂੰ ਪੜ੍ਹ ਲੈਣਾ ਚਾਹੀਦਾ।
ਕਿ ਜੇ ਥੋੜ੍ਹਾ ਬਹੁਤ ਤਰੱਦਦ ਕਰਾਂਗੇ, ਕੋਈ ਐਫਰਟ ਲਾਵਾਂਗੇ ਤੇ ਅਸੀਂ ਕੋਈ ਮਾੜਾ ਮੋਟਾ ਤਸੱਵਰ ਕਰ ਸਕਦੇ ਹਾਂ ਵੀ ਹਾਲਾਤ ਬਦਲ ਜਾਣਗੇ। ਅਦਰਵਾਈਜ਼ ਵੱਧ ਤੋਂ ਬੱਤਰ ਜਿਹੜੀ ਹੈਗੀ ਆ ਸਿਚੁਏਸ਼ਨ, ਸਭ ਤੋਂ ਜਿਹੜੀਆਂ ਸਾਨੂੰ ਡਾਇਰੈਕਟਲੀ ਅਟੈਕ ਕਰਦੀਆਂ ਚੀਜ਼ਾਂ ਤੁਸੀਂ ਦੇਖੋ ਨਾ, ਸਾਡੀ ਰੋਜ਼ਮਰਾ ਦੀ ਜ਼ਿੰਦਗੀ ਨਾਲ ਵਾਬਸਤਾ ਨੇ। ਲਾਅ ਐਂਡ ਆਰਡਰ, ਮੈਂ ਜਿੰਨੇ ਵੀ ਇਕੱਠਾਂ 'ਚ ਕਿਤੇ ਜਾਂਦਾ ਇਹ ਗੱਲ ਕਹਿਣਾ ਕਿ ਅਸੀਂ ਪੈਸੇ ਖਰਚ ਕੇ ਆਪਦੇ ਪੁੱਤਰ ਧੀ ਨੂੰ ਮਹਿੰਗੀ ਕਾਰ ਤਾਂ ਲੈ ਕੇ ਦੇ ਸਕਦੇ ਹਾਂ, ਪਰ ਤੁਸੀਂ ਦੇਖੋ ਜਦੋਂ ਵੀ ਕੋਈ ਵੱਡੀਆਂ ਹੀ ਗੱਡੀਆਂ ਖੋਹਦੇ ਨੇ ਜਿਹੜੇ ਵੱਡੇ ਗੁੰਡੇ ਜਾਂ ਬਦਮਾਸ਼ ਨੇ, ਕਿ ਜਿਹੜਾ ਬੰਦਾ ਫੋਰਚੂਨਰ ਐਂਡੈਵਰ ਰੇਂਜ ਰੋਵਰ ਗੱਡੀ ਖੋਹਦਾ ਆ ਤਾਂ ਉਹ ਸਿੱਧਾ ਸ਼ੂਟ ਹੀ ਕਰਦਾ। ਅੱਜ ਕੱਲ੍ਹ ਇੱਕ ਬੱਚਾ ਆ ਲੋਕਾਂ ਕੋਲੇ, ਔਰ ਆ ਸਾਡੇ ਸ਼ਹਿਰ ਦੇ ਵਿੱਚ ਸਨੇਚਿੰਗ ਦੀਆਂ ਇੰਨੀਆਂ ਕਿ ਉਹ ਚੇਨ ਤਾਂ ਪਤਾ ਨਹੀਂ 50,000 ਲੱਖ ਰੁਪਏ ਦੀ ਹੈਗੀ ਆ। ਜੇ ਉਹਦੇ ਤੋਂ ਸਨੇਚ ਕਰਦਿਆਂ ਹੋਇਆ ਤੁਸੀਂ ਸਕੂਟਰ ਤੋਂ ਬਾਈਕ ਤੋਂ ਡਿੱਗ ਪੈਂਦੇ ਹੋ ਤਾਂ ਬਹੁਤ ਸਾਰੀਆਂ ਹੈਡ ਇੰਜਰੀਜ਼, ਤੁਸੀਂ ਫਰੀਦਕੋਟ ਮੈਡੀਕਲ ਜਾਓ ਤੁਹਾਨੂੰ ਘੱਟੋ ਘੱਟ 10% ਕੇਸਿਸ ਉਹ ਮਿਲਣਗੇ ਜਿਹੜੇ ਇਸ ਤਰ੍ਹਾਂ ਦੀਆਂ ਹੈਡ ਇੰਜਰੀਜ਼ ਆ ਕਿ ਕੋਈ ਕਿਸੇ ਦੀ ਵਾਲੀ ਖੋਣ ਲਾਉਣ ਪਿਆ, ਕੋਈ ਕਿਸੇ ਦੀ ਚੇਨ ਖਿੱਚਣ ਪਿਆ ਤੇ ਬੰਦਾ ਡਿੱਗ ਗਿਆ, ਤਾਂ ਲੇਡੀ ਡਿੱਗੀ ਤਾਂ ਉਹਦੇ ਮੇਜਰ ਜਿਹੜੀ ਹੈਗੀ ਆ ਵਾਈਟਲ ਪਾਰਟ ਦੇ ਉੱਪਰ ਇੰਜਰੀ ਹੋ ਗਈ। ਦੂਸਰਾ ਜਿਹੜੇ ਆ ਸਾਡੀਆਂ ਐਸੈਂਸ਼ੀਅਲ ਕਮੋਡਿਟੀਜ਼ ਆ ਉਹ ਸਾਡੇ, ਜਿਵੇਂ ਮੈਂ ਤੁਹਾਨੂੰ ਪੈਟਰੋਲ ਡੀਜ਼ਲ ਗੈਸ ਸਾਡਾ ਔਰ ਰਸੋਈ ਦਾ ਸਮਾਨ ਹੋਰ ਚੀਜ਼ਾਂ ਉਹ ਸਾਰੀਆਂ, ਔਰ ਜਿਹੜੇ ਹੁਣ ਆ ਡਰੈਕੋਨੀਅਨ ਲਾਜ਼ ਬੀਜੇਪੀ ਗਵਰਨਮੈਂਟ ਲੈ ਕੇ ਆਈ ਹੈ ਉਹਦੇ ਨਾਲ ਮਤਲਬ ਸਾਡੇ ਕੋਲੇ ਰਹਿਣ ਖਾਣ ਯੋਗ ਸਿਸਟਮ ਰਹਿਣਾ ਹੀ ਨਹੀਂ। ਤਾਂ ਲੱਗਦਾ ਨਹੀਂ, ਲੋਕ ਤਾਂ ਸੋਚਦੇ ਹੀ ਨਹੀਂ ਇਹਨਾਂ ਵਿਸ਼ਿਆਂ ਨੂੰ। ਜਿਵੇਂ ਜਿਹੜੇ ਵਿਸ਼ੇ 'ਤੇ ਤੁਸੀਂ ਗੱਲ ਕਰ ਦਿੱਤੀ ਹੈ, ਅੱਗੇ ਹੁੰਦਾ ਸੀ ਪੈਟਰੋਲ ਦੀਆਂ ਕਿਤੇ ਕੀਮਤਾਂ ਵੱਧ ਜਾਂਦੀਆਂ ਸੀ, ਲੋਕ ਧਰਨਿਆਂ ਉੱਤੇ ਆ ਜਾਂਦੇ ਸੀ। ਐਤਕੀ ਕੀ ਬਣਿਆ ਕਿ ਇੰਨਾ ਤੇਲ ਦੀ ਰਕਮ ਇੰਨੇ ਪੱਧਰ 'ਤੇ ਉਚਾਈਆਂ ਨੂੰ ਛੂਹਣੀ ਤੇ ਲੋਕਾਂ ਦੇ ਵਿੱਚ ਕੋਈ ਅਸਰ ਹੀ ਨਹੀਂ ਐਡਾ, ਲੋਕ ਫਿਰ ਰੋਜ਼ਮਰਰਾ ਕਰ ਰਹੇ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਕਿ ਸਮਾਂ ਨਹੀਂ ਬਿਜ਼ੀ ਵੀ ਹੋ ਗਈ ਆ ਕੁਛ, ਬਾਕੀ ਬਿਜ਼ੀਨੈਸ ਨਾ ਕਹਿੰਦੇ ਕਿ ਸਮੇਂ ਦੀ ਘਾਟ ਵੇਲੇ ਬੰਦੇ ਕੋਲ ਹੁੰਦੀ ਹੈ। ਜਿਹੜਾ ਬੰਦਾ ਜਿਹਦਾ ਕੋਈ ਪ੍ਰੋਪਰ ਸਕੈਡਿਊਲ ਹੈ ਨਾ, ਕੋਈ ਅਨੁਸ਼ਾਸਨ ਦੇ ਵਿੱਚ ਰਹਿ ਕੇ ਜਿਹੜਾ ਆਪਦੀ ਜ਼ਿੰਦਗੀ ਜਿਉਂਦਾ, ਉਹਦੇ ਕੋਲ ਕਦੇ ਸਮੇਂ ਦੀ ਘਾਟ ਨਹੀਂ ਹੁੰਦੀ, ਕਿਉਂਕਿ ਉਹਨੇ ਚੀਜ਼ਾਂ ਮੈਨੇਜ ਕੀਤੀਆਂ ਹੁੰਦੀਆਂ ਵਾ। ਜਿਹਦਾ ਸਿਸਟਮ ਮਟਪਟਾ ਚੱਲਦਾ ਕਿ ਕੋਈ ਪਤਾ ਹੀ ਨਹੀਂ, ਉਹਦੇ ਕੋਲ ਸਮੇਂ ਦੀ ਘਾਟ ਹੈ। ਸੋ ਇਹ ਇੱਕ ਐਵੇਂ ਹੀ ਜਿਹੜਾ ਹੈਗਾ ਤੁਸੀਂ ਕਹਿ ਲਓ ਬਹਾਨਾ ਆ ਫਾਲਤੂ ਦਾ ਕਿ ਮੈਂ ਬਿਜ਼ੀ ਬਹੁਤ ਹਾਂ। ਜਿਹੜਾ ਬਿਜ਼ੀ ਆ ਉਹ ਮੈਨੇਜ ਕਰ ਲੈਂਦਾ, ਸਮਾਂ ਕੱਢ ਲੈਂਦਾ ਆ। ਔਰ ਲੋਕ ਸੋਚਦੇ ਆ ਬੇਸਿਕਲੀ ਉਲਝੇ ਹੋਏ ਆ ਰੋਜ਼ੀ ਰੋਟੀ ਦੇ ਚੱਕਰ ਦੇ ਵਿੱਚ ਹੀ, ਪਰ ਕਿਤੇ ਨਾ ਕਿਤੇ ਤੁਸੀਂ ਦੇਖੋ ਘਰਾਂ ਦੇ ਵਿੱਚ ਜਾਂ ਕਿਤੇ ਵੀ ਇਕੱਠਾਂ 'ਚ ਜਾਂਦੇ ਆ ਤਾਂ ਗੱਲਾਂ ਤਾਂ ਹੁੰਦੀਆਂ ਨੇ, ਪਰ ਇੱਥੇ ਸਿਸਟਮ ਇਹ ਹੈ ਨਾ ਕਿ ਮੈਜੋਰਟੀ ਪ੍ਰਵੇਲਸ। ਜਿਵੇਂ ਉਹ ਇੱਕ ਵਟਸਐਪ 'ਤੇ ਮੈਸੇਜ ਤੁਸੀਂ ਵੀ ਪੜ੍ਹਿਆ ਹੋਣਾ ਕਿ ਇੱਕ ਹੋਸਟਲ 'ਚ 100 ਬੱਚਾ ਰਹਿੰਦਾ ਸੀ ਤੇ 100 ਦੇ ਵਿੱਚੋਂ ਜਿਹੜੇ ਹੈਗੇ ਸੀ 60 ਜਣੇ ਉਹਨਾਂ ਨੇ ਕੰਪਲੇਂਟ ਕੀਤੀ ਵੀ ਆਹ ਜਿਹੜੀ ਡਾਈਟ ਹੈ ਇਹ ਨਹੀਂ ਬਣਨੀ ਚਾਹੀਦੀ। ਉਹ ਕਹਿੰਦੇ ਤੁਸੀਂ ਆਪੋ ਆਪਣੀ ਡਾਈਟ ਲਿਖ ਕੇ ਦੇ ਦਿਓ। ਉਹਨਾਂ ਨੇ ਲਿਖਤਾ, ਉਹ 60% ਦੇ ਵਿੱਚੋਂ 20 ਨੇ ਕੁਛ ਲਿਖਿਆ, 15 ਨੇ ਕੁਛ ਲਿਖਿਆ, 10 ਨੇ ਕੁਛ ਲਿਖਿਆ। ਉਹ ਜਿਹੜੇ ਦੂਜੇ ਪਾਸੇ 40 ਸੀ, ਉਹ ਜਿਹੜੇ ਕਹਿੰਦੇ ਸੀ ਕਿ ਇਹੀ ਡਾਈਟ ਬਣਨੀ ਚਾਹੀਦੀ ਆ, ਉਹ 40 ਚੰਕ ਆਫ ਦੋਜ਼ 40 ਪੀਪਲ ਵਰ ਡਿਟਰਮਿਨਡ ਸਰਟਨ ਕਿ ਸਾਨੂੰ ਇਹ ਮਨਜ਼ੂਰ ਆ। ਜਿਹੜੇ 60% ਉਹਨਾਂ ਦੇ ਖਿਲਾਫ ਸੀ ਉਹ ਖਿੰਡੇ ਵੰਡੇ ਹੋਏ ਆ। ਜੇ ਉਹ ਹੁਣ ਕਿਤੇ ਨਾ ਕਿਤੇ ਇਕੱਠੇ ਹੋ ਜਾਣਗੇ ਤੇ ਜਿਹੜਾ ਸੂਰਜ ਆ ਉਹ ਚੜ੍ਹਦਾ ਚੰਗਾ ਹੋਊਗਾ ਸੂਬੇ ਵਾਸਤੇ। ਅਦਰਵਾਈਜ਼ ਮੈਂ ਤੁਹਾਨੂੰ ਪਹਿਲਾਂ ਹੀ ਸ਼ੁਰੂ 'ਚ ਬੇਨਤੀ ਕੀਤੀ ਆ ਕਿ ਮਾੜਾ ਹਾਲ ਆ। ਬਾਕੀ ਜਿਹੜੇ ਇਹਨਾਂ ਨੇ ਲਕਬ ਦੇਣੇ ਆ ਕਿ ਵੰਨ ਸੁਵੰਨੇ ਉਹ ਅਸੀਂ ਸੁਣਦੇ ਰਹਿੰਦੇ ਆ, ਉਹ ਤਾਂ ਚਲੋ ਕੋਈ ਗੱਲ ਨਹੀਂ। ਸਾਡਾ ਫਰਜ਼ ਆ ਕੰਮ ਕਰਨਾ, ਅਸੀਂ ਕਰ ਰਹੇ ਹਾਂ ਔਰ ਕਰਦੇ ਰਵਾਂਗੇ, ਤਾਂ ਕਿ ਜਦੋਂ ਕਦੇ ਲੇਖਾ ਜੋਖਾ ਹੋਵੇ ਜਾਂ ਦੇਖੋ ਹਰ ਬੰਦੇ ਨੇ ਅਲਟੀਮੇਟਲੀ ਮਰਨਾ ਆ, ਇੱਕ ਜਰਨੀ ਆ, ਲਾਈਫ ਇਜ਼ ਅ ਬਿਊਟੀਫੁਲ ਜਰਨੀ। ਤੁਹਾਡੀ ਉਹ ਯਾਤਰਾ ਜਿਹੜੀ ਆ ਉਹਦੇ ਵਿੱਚ ਤੁਹਾਡਾ ਕੰਟਰੀਬਿਊਸ਼ਨ ਕੀ ਰਿਹਾ, ਤੁਹਾਡੀ ਜਿਹੜੀ ਦੇਣ ਆ ਆਪਦੇ ਪਰਿਵਾਰ ਤੋਂ ਸ਼ੁਰੂ ਹੋ ਕੇ ਆਪਦੇ ਪਿੰਡ ਨੂੰ, ਆਪਦੇ ਸ਼ਹਿਰ ਨੂੰ, ਜ਼ਿਲ੍ਹੇ ਨੂੰ, ਸੂਬੇ ਨੂੰ ਕੀ ਆ, ਉਹ ਕੰਸੀਡਰੇਬਲ ਹੋਣੀ ਚਾਹੀਦੀ ਆ। ਉਹਦੇ ਵਾਸਤੇ ਅਸੀਂ ਤਾਂ ਕੰਮ ਕਰ ਰਹੇ ਹਾਂ। ਸੋ ਲੋਕਾਂ ਦਾ, ਸੰਗਤ ਦਾ ਸਾਥ ਰਿਹਾ ਅਤੇ ਡੈਫੀਨੇਟਲੀ ਕੁਛ ਨਾ ਕੁਛ ਚੰਗਾ ਆਉਣ ਵਾਲੇ ਸਮੇਂ 'ਚ 2022 'ਚ ਤੁਹਾਨੂੰ ਪਰਮਾਤਮਾ ਕਰੇ ਆਪਾਂ ਦੁਬਾਰਾ ਇਸ ਗੱਲ ਨੂੰ ਵਿਚਾਰੀਏ ਕਿ ਦੇਖੋ ਲੋਕਾਂ ਨੇ ਫਤਵਾ ਦਿੱਤਾ ਚੰਗੇ ਲੋਕਾਂ ਦੇ ਹੱਕ 'ਚ। ਤਾਂ ਸਾਹਿਬ ਤੁਸੀਂ ਸਮਾਂ ਕੱਢਿਆ, ਸਾਡੇ ਨਾਲ ਕਾਫੀ ਵਿਸ਼ਿਆਂ ਉੱਤੇ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ, ਧੰਨਵਾਦ। ਦੇਖ ਸਕਦੇ ਹੋ ਕਿ ਅੱਜ ਸਾਡੇ ਨਾਲ ਮਨਜਿੰਦਰ ਭੁੱਲਰ ਜੋ ਕਿ ਆਪ ਆਗੂ ਜਿਹੜੇ ਨੇ ਸਾਡੇ ਨਾਲ ਜੁੜੇ ਸੀ। ਕਾਫੀ ਜਿਹੜੀ ਹੈ ਵੱਡੀ ਗੱਲਬਾਤ ਅੱਜ ਸਾਡੇ ਨਾਲ ਕੀਤੀ ਹੈ, ਕਾਫੀ ਵਿਸ਼ੇ ਉੱਤੇ ਜਿਹੜੀ ਕਿ ਸਾਡੇ ਬਜਟ ਇਜਲਾਸ ਦੀ ਜਿਹੜੀ ਗੱਲ ਸੀ ਉਹ ਅੱਜ ਲੋਕਾਂ ਤੱਕ ਪਹੁੰਚਾਈ ਹੈ। ਤਾਂ ਤੁਸੀਂ ਇਸੇ ਤਰ੍ਹਾਂ PBC ਨਾਲ ਜੁੜੇ ਰਹੋ ਤਮਾਮ ਖਬਰਾਂ ਦੇਖਣ ਵਾਸਤੇ। ਤਾਂ ਮੈਨੂੰ ਗੁਰਲਾਲ ਸਿੰਘ ਨੂੰ ਦਿਓ ਇਜਾਜ਼ਤ, ਤਾਂ ਤੁਸੀਂ ਦੇਖਦੇ ਰਹਿਣਾ PBC ਨਿਊਜ਼।